ਸ੍ਰੀ ਵਾਹਿਗੁਰੂ ਸਾਹਿਬ ਜੀ। ਪੈਰਾ ਬਾਣੀ ਰਮਦਾਸ ਜੀਓ ਕੀ ਘਰ ਦੂਜਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਬਿਨ ਦੇਖੇ ਉਪਜੈ ਨਹੀਂ ਆਸਾ। ਜੋ ਦੀਸੈ ਸੋ ਹੋਏ ਬਿਨਾਸਾ। ਵਰਨ ਸਹਿਤ ਜੋ ਜਪੈ ਨਾਮ। ਸੋ ਜੋਗੀ ਕੇਵਲ ਨਹੀਂ ਕਾਮ। ਬਿਨ ਦੇਖੇ ਉਪਜੈ ਨਹੀਂ ਆਸਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ ਜੁਗੋ ਜੁਗੀ ਅਟਲ ਸ਼ਬਦ ਅਵਤਾਰ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜਨ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਅਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਭ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪੈਰਾ ਇਹ ਰਾਗ ਦਾ ਨਾਮ ਹੈ ਬਾਣੀ ਰਵਿਦਾਸ ਜੀਓ ਕੀ। ਭਗਤ ਰਵਿਦਾਸ ਜੀ ਦੀ ਬਾਣੀ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਭਾਈ ਗੁਰਦਾਸ ਸਾਹਿਬ ਜੀ ਦੇ ਪਾਸੋਂ ਭੈਰੋ ਰਾਗ ਦੇ ਅੰਦਰ ਲਿਖਵਾ ਰਹੇ ਹਨ। ਘਰ ਦੂਜਾ ਇਸ ਦਾ ਸੰਬੰਧ ਗਾਉਣ ਵਾਲਿਆਂ ਦੇ ਨਾਲ ਹੈ ਕਿ ਜਦ ਵੀ ਇਸ ਸ਼ਬਦ ਨੂੰ ਗਾਉਣਾ ਹੈ ਤਾਂ ਸਤਿਗੁਰੂ ਅਰਜਨ ਦੇਵ ਜੀ ਦਾ ਹੁਕਮ ਹੈ ਕਿ ਦੂਸਰੇ ਘਰ ਵਿੱਚ ਇਸ ਦਾ ਗਾਇਨ ਕਰਨਾ ਹੈ। ਇੱਕ ਓੰਕਾਰ ਇੱਕ ਅਦੁੱਤੀ ਬ੍ਰਹਮ ਓੰਕਾਰ ਜੋ ਸਰਬਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ ਜੋ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਬਿਨ ਦੇਖੇ ਉਪਜੈ ਨਹੀਂ ਆਸਾ। ਇੱਕ ਪੰਡਤ ਨੇ ਭਗਤ ਰਵਿਦਾਸ ਜੀ ਨੂੰ ਕਿਹਾ ਕਿ ਹੇ ਰਵਿਦਾਸ ਜੀ, ਤੁਸੀਂ ਕਹਿੰਦੇ ਹੋ ਕਿ ਪ੍ਰਮਾਤਮਾ ਦੀ ਭਗਤੀ ਕਰਕੇ ਉਸ ਨਾਲ ਮਿਲਣਾ ਚਾਹੀਦਾ ਹੈ, ਪਰ ਜਦੋਂ ਉਹ ਕਿਸੇ ਨੂੰ ਦਿਸਦਾ ਹੀ ਨਹੀਂ ਤਾਂ ਫਿਰ ਕਿਸੇ ਦੀ ਉਸ ਨਾਲ ਮਿਲਣ ਦੀ ਇੱਛਾ ਕਿਵੇਂ ਹੋ ਸਕਦੀ ਹੈ। ਅਤੇ ਜੇ ਤੁਸੀਂ ਕਹੋ ਕਿ ਉਸ ਨੇ ਦਿਸਣ ਵਾਲੇ ਰਾਮ ਕ੍ਰਿਸ਼ਨ ਆਦਿਕ ਅਵਤਾਰ ਧਾਰਨ ਕੀਤੇ ਨੇ ਤਾਂ ਉਹ ਅਵਤਾਰਾਂ ਦੇ ਸਰੀਰ ਨਾਸ਼ਵੰਤ ਹਨ। ਇਸ ਕਰਕੇ ਮੇਰੇ ਅਨੁਸਾਰ ਪਰਮਾਤਮਾ ਨੂੰ ਮਿਲਣ ਦੀ ਇੱਛਾ ਨਹੀਂ ਹੋ ਸਕਦੀ।
ਤਦ ਉੱਤਰ ਵਿੱਚ ਭਗਤ ਜੀ ਕਥਨ ਕਰਦੇ ਨੇ ਕਿ ਬਿਨ ਦੇਖੇ। ਹੁਣ ਜਿਸ ਬੰਦੇ ਨੂੰ ਆਪਾਂ ਦੇਖਿਆ ਹੀ ਨਹੀਂ ਤਾਂ ਫਿਰ ਉਹਦੇ ਬਾਰੇ ਆਪਾਂ ਆਪਣੇ ਵਿਚਾਰ ਕੀ ਪੇਸ਼ ਕਰ ਸਕਦੇ ਹਾਂ ਕਿ ਉਹ ਕਿਸ ਤਰ੍ਹਾਂ ਦਾ ਹੈ। ਪਹਿਲਾਂ ਆਪਾਂ ਕੋਈ ਬੰਦਾ ਦੇਖਦੇ ਹਾਂ, ਉਹਦੇ ਨਾਲ ਮਿਲਦੇ ਹਾਂ, ਤਾਂ ਹੀ ਉਸ ਬਾਰੇ ਕਿ ਉਹਦੇ ਇਸ ਤਰ੍ਹਾਂ ਦੇ ਵਿਚਾਰ ਨੇ, ਉਹਦਾ ਸੁਭਾਅ ਕੈਸਾ ਹੈ, ਤਾਂ ਹੀ ਤਾਂ ਆਪਾਂ ਉਸ ਬਾਰੇ ਕੁਝ ਕਹਿ ਸਕਦੇ ਹਾਂ। ਕਿ ਜਿੰਨੀ ਬਾਣੀ ਲਿਖੀ ਗਈ ਹੈ ਇਹ ਬਿਨਾਂ ਵਾਹਿਗੁਰੂ ਜੀ ਦੇ ਦੇਖੇ ਤੋਂ ਨਹੀਂ ਲਿਖੀ ਗਈ। ਗੁਰੂ ਸਾਹਿਬ ਜੀ ਦੇ ਦਰਸ਼ਨ ਹੋਏ ਨੇ ਵਾਹਿਗੁਰੂ ਜੀ ਦੇ, ਤਾਂ ਹੀ ਗੁਰਬਾਣੀ ਉਚਾਰਨ ਹੋਈ ਹੈ। ਜਬ ਦੇਖਾ ਤਬ ਗਾਵਾਂ, ਜਦੋਂ ਮੈਂ ਵਾਹਿਗੁਰੂ ਨੂੰ ਵੇਖਾਂਗਾ ਤਾਂ ਹੀ ਗਾਵਾਂਗਾ ਕਿ ਉਹ ਕਿਸ ਤਰ੍ਹਾਂ ਦਾ ਹੈ। ਜਦ ਦੇਖਿਆ ਹੀ ਨਹੀਂ ਤੇ ਗਾਵਾਂਗਾ ਕਿ ਪਹਿਲੋਂ ਪਾਇਆ ਬਾਬੇ ਬਖਸ਼ਦਾਰ, ਪਿੱਛੋਂ ਦੇ ਕਰ ਘਾਲ ਕਮਾਈ। ਬਾਬਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਭ ਤੋਂ ਪਹਿਲਾਂ ਬਖਸ਼ਿਸ਼ ਦੇ ਦਰ ਵਿੱਚ ਗਿਆ, ਫਿਰ ਹੀ ਉਸਨੇ ਉਸ ਦਰ ਬਾਰੇ ਗਾਇਨ ਕੀਤਾ। ਸੋ ਦਰ ਕੇਹਾ ਸੋ ਘਰ ਕੇਹਾ, ਜਿਤ ਬਹਿ ਸਰਬ ਸੰਭਾਲੇ। ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੀਤੇ ਤੇਰੇ ਵਾਮਨ ਹਰਿ। ਤੋ ਇੰਜ ਸਾਰੇ ਸੰਤਾਂ ਭਗਤਾਂ ਨੂੰ ਵਾਹਿਗੁਰੂ ਜੀ ਦੇ ਦਰਸ਼ਨ ਹੁੰਦੇ ਸਨ। ਹੇ ਪੰਡਤ ਜੀ, ਬਿਨ ਦੇਖੇ ਉਪਜੇ ਨਹੀਂ ਆਸਾ। ਤੁਹਾਡੀ ਗੱਲ ਕੁਝ ਕੁ ਠੀਕ ਹੈ ਕਿ ਕੁਝ ਵੇਖਣ ਤੋਂ ਬਿਨਾਂ ਉਸ ਪਦਾਰਥ ਦੀ ਇੱਛਾ ਪੈਦਾ ਨਹੀਂ ਹੁੰਦੀ। ਜਿਵੇਂ ਬ੍ਰਹਮ ਸਤ ਚਿਤ ਆਨੰਦ ਸਰੂਪ ਹੋਣ ਕਰਕੇ ਦਿਸਣ ਤੋਂ ਰਹਿਤ ਹੈ, ਪਰ ਫਿਰ ਵੀ ਸਾਰੇ ਲੋਕ ਨਾਸ਼ ਤੋਂ ਰਹਿਤ ਸਦੀਵੀ ਸੁਖ ਆਨੰਦ ਦੀ ਇੱਛਾ ਕਰਦੇ ਰਹਿੰਦੇ ਨੇ। ਭਾਵ ਬ੍ਰਹਮ ਆਪ ਤਾਂ ਦਿਸਣ ਤੋਂ ਰਹਿਤ ਹੈ, ਪਰ ਲੋਕ ਬੁੱਧੀ ਦੇ ਅੰਦਰ ਆਨੰਦ ਦੀ ਇੱਛਾ ਕਰਦੇ ਨੇ। ਇਸ ਕਰਕੇ ਪ੍ਰਮਾਤਮਾ ਦੇ ਮਿਲਣ ਦੀ ਆਸਾ ਹੋ ਸਕਦੀ ਹੈ। ਦੂਸਰਾ ਤੁਹਾਡਾ ਕਹਿਣਾ ਇਹ ਹੈ, ਅੱਗੇ ਦੱਸਦੇ ਹਨ, ਜੋ ਦੀਸੈ ਸੋ ਹੋਈ ਬਿਨਾਸਾ। ਕਿ ਜਿਹੜਾ ਕੁਝ ਵੀ ਇਨ ਸਤੂਰ ਅੱਖਾਂ ਨਾਲ ਦਿਸਦਾ ਹੈ ਉਹ ਨਾਸ਼ ਹੋ ਜਾਣ ਵਾਲਾ ਹੈ। ਪਰ ਜਦੋਂ ਬ੍ਰਹਮ ਇਹਨਾਂ ਨੇਤਰਾਂ ਦਾ ਵਿਸ਼ਾ ਹੀ ਨਹੀਂ, ਫਿਰ ਉਹ ਨਾਸ਼ ਕਿਵੇਂ ਹੋਵੇਗਾ। ਫਿਰ ਬੁੱਧੀ ਦੇ ਅੰਦਰ ਹੀ ਉਹਦੇ ਸੁਖ ਨੂੰ ਮਹਿਸੂਸ ਕਰੀਦਾ। ਇਸ ਕਰਕੇ ਉਹ ਆਤਮਾ ਆਨੰਦ ਨਾਸ਼ਵੰਤ ਨਹੀਂ ਹੈ। ਇਹ ਸੁਣ ਕੇ ਪੰਡਤ ਸ਼ਰਮਿੰਦਾ ਹੋਇਆ। ਫਿਰ ਉਸਨੇ ਪਰਮਾਤਮਾ ਦੀ ਪ੍ਰਾਪਤੀ ਬਾਬਤ ਪੁੱਛਿਆ ਤਾਂ ਇਹਨਾਂ ਹੀ ਤੁਕਾਂ ਦੁਆਰਾ ਕਥਨ ਕਰਦੇ ਹਨ, ਬਿਨ ਦੇਖੇ ਉਪਜੈ ਨਹੀਂ ਆਸਾ। ਜੋ ਸਵਰਗ ਆਦਿਕਾਂ ਦੇ ਦਿਵ ਭੋਗ ਦੇਖਣ ਤੋਂ ਬਿਨਾਂ ਨੇ, ਭਾਵ ਦੇਖੇ ਨਹੀਂ ਜਾਂਦੇ, ਸ਼ਾਸਤਰਾਂ ਆਦਿਕਾਂ ਦੁਆਰਾ ਹੀ ਸੁਣੀਦੇ ਨੇ, ਉਹਨਾਂ ਦੀ ਇੱਛਾ ਪੈਦਾ ਨਹੀਂ ਹੋਣੀ ਚਾਹੀਦੀ। ਭਾਵ ਤਰਤੀਬ ਤਰਤਮ ਵੈਰਾਗ ਹੋਣਾ ਚਾਹੀਦਾ ਹੈ। ਜੋ ਦੀਸੈ ਸੋ ਹੋਈ ਬਿਨਾਸਾ। ਫਿਰ ਜੋ ਕੁਝ ਵੀ ਇਸ ਲੋਕ ਦੇ ਵਿੱਚ ਦਿਸ ਰਿਹਾ ਹੈ ਉਹ ਸਾਰੇ ਪਸਾਰੇ ਨੂੰ ਨਾਸ਼ ਹੋ ਜਾਣ ਵਾਲਾ ਸਮਝਣਾ ਕਰੇ। ਇਸ ਨਾਲ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ। ਵਰਨ ਸਾਹਿਤ ਜੋ ਜਾਪੈ ਨਾਮ। ਚੌਹਾਂ ਵਰਨਾਂ ਵਿੱਚੋਂ ਕਿਸੇ ਵੀ ਵਰਨ ਦੇ ਸਹਿਤ ਹੋ ਕੇ ਵਾਹਿਗੁਰੂ ਜੀ ਦਾ ਜਿਹੜਾ ਨਾਮ ਜਪਦਾ ਹੈ, ਵਰਨ ਰੰਗ ਦਾ ਨਾਮ ਵੀ ਹੈ, ਸਰੂਪ ਦਾ ਨਾਮ ਵੀ ਹੈ। ਭਾਵ ਇਸ਼ਟ ਦੇ ਧਿਆਨ ਦੇ ਸਹਿਤ ਹੋ ਕੇ ਵਰਨ ਰੰਗ ਮਤਲਬ ਪ੍ਰੇਮ ਦੇ ਸਹਿਤ ਹੋ ਕੇ ਜੋ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ, ਸੋ ਜੋਗੀ ਕੇਵਲ ਨੇ ਕਾਮ। ਕੇਵਲ ਫਕਤ ਸਿਰਫ ਉਹੀ ਕਾਮਨਾਵਾਂ ਤੋਂ ਰਹਿਤ ਹੋ ਕੇ ਪਰਮਾਤਮਾ ਦੇ ਵਿੱਚ ਜੁੜਿਆ ਹੋਇਆ
ਜੋਗੀ ਕਹਿਲਾਉਂਦਾ ਹੈ। ਪਰਚੈ ਰਾਮ ਰਵੈ ਜਾਉ ਕੋਈ। ਜੇਕਰ ਕੋਈ ਮਨੁੱਖ ਗੁਰਾਂ ਦੇ ਸ਼ਬਦ ਪ੍ਰੇਮ ਰੂਪ ਪਰਚੇ ਦੇ ਵਿੱਚ ਪਰਚ ਕੇ ਪਰਮਾਤਮਾ ਦਾ ਨਾਮ ਰਵੈ ਉਚਾਰਨ ਕਰਦਾ ਹੈ। ਪਾਰਸ ਪਰਸੈ ਦੁਬਦਾ ਨਾ ਹੋਈ। ਉਹ ਪਾਰਸ਼ਵ ਗੁਰੂ ਜਾਂ ਪਰਮਾਤਮਾ ਦੇ ਨਾਲ ਸਪਰਸ਼ ਹੁੰਦਾ ਹੈ ਅਤੇ ਉਸ ਨੂੰ ਕਿਸੇ ਪ੍ਰਕਾਰ ਦੀ ਦਵੈਤ ਭ੍ਰਾਂਤੀ ਨਹੀਂ ਹੁੰਦੀ। ਉਹ ਗੁਰੂ ਰੂਪੀ ਪਾਰਸ ਨਾਲ ਛੋਹ ਕੇ ਬ੍ਰਹਮ ਰੂਪ ਸੋਹਣਾ ਬਣ ਜਾਂਦਾ ਹੈ। ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਨੇ। ਸੋ ਮੋਨ ਮਨ ਕੀ ਦੁਬਦਾ ਖਾਇ। ਇਹ ਭਾਈ ਅਸਲ ਮੁਨੀ ਉਹੀ ਹੁੰਦਾ ਹੈ ਜੋ ਆਪਣੇ ਮਨ ਦੀ ਦਵੈਤ ਭ੍ਰਾਂਤੀ ਨੂੰ ਖਾ ਜਾਂਦਾ, ਮਤਲਬ ਅਭਾਵ ਕਰ ਦਿੰਦਾ ਹੈ। ਬਿਨ ਦੁਆਰੇ ਤ੍ਰੈ ਲੋਕ ਸਮਾਇ। ਅਤੇ ਇੰਦਰੀਆਂ ਰੂਪ ਦਰਵਾਜ਼ਿਆਂ ਤੋਂ ਬਿਨਾਂ ਰਹਿਣ ਵਾਲੇ ਬ੍ਰਹਮ ਨੂੰ ਤਿੰਨਾਂ ਲੋਕਾਂ ਦੇ ਵਿੱਚ ਅਭੇਦ ਹੋਇਆ ਜਾਣਦਾ ਹੈ। ਜਾਂ ਜੋ ਤਿੰਨ ਜਾਗਰਤ, ਸੁਪਨ ਅਤੇ ਸੁਖੋਪਤ ਸਾਖੀ ਬ੍ਰਹਮ ਚੇਤਨ ਹੈ, ਉਸ ਵਿੱਚ ਇੰਦਰੀਆਂ ਦੇ ਵਿਸ਼ਿਆਂ ਤੋਂ ਰਹਿਤ ਹੋ ਕੇ ਸਮਾਉਣਾ ਕਰੇ। ਮਨ ਕਾ ਸੁਭਾਵ ਸਭ ਕੋਈ ਕਰੈ। ਜਿਹੋ ਜਿਹਾ ਕਿਸੇ ਮਨ ਦਾ ਸੁਭਾਵ ਹੈ ਸਾਰੇ ਕੋਈ ਉਵੇਂ ਹੀ ਕਰਦੇ ਨੇ। ਭਾਵ ਮਨ ਦੇ ਸੁਭਾਅ ਅਨੁਸਾਰ ਆਪਣੇ ਇਸ਼ਟ ਦੀ ਉਪਾਸਨਾ ਕਰਦੇ ਨੇ। ਸੋ ਭਾਵ ਉਹ ਜੋ ਪ੍ਰਕਾਸ਼ ਰੂਪ ਬ੍ਰਹਮ ਹੈ ਉਹਦੇ ਕਰਕੇ ਹੀ ਸਭ ਕੋਈ ਅਨੁਭਵ ਕਰਦੇ ਹਨ। ਆਪਣੇ ਮਨ ਦਾ ਧਿਆਨ ਉਸ ਵਿੱਚ ਜੋੜਨਾ ਕਰੇ। ਕਰਤਾ ਹੋਇ ਸੋ ਅਨਭੈ ਰਹੈ। ਜਿਹੜਾ ਕੋਈ ਨਾਮ ਅਭਿਆਸ ਦੇ ਕਰਨ ਵਾਲਾ ਹੁੰਦਾ ਹੈ ਉਹ ਭੈ ਤੋਂ ਰਹਿਤ ਹੋ ਕੇ ਰਹਿੰਦਾ ਹੈ। ਫਲ ਕਾਰਨ ਭੂਲੀ ਬਾਨਰਾ। ਇਹ ਭਾਈ ਜਿਵੇਂ ਫਲ ਦੇਣ ਦੇ ਵਾਸਤੇ ਸਾਰੀ ਬਨਸਪਤੀ ਪ੍ਰਫੁੱਲਤ ਹੁੰਦੀ ਹੈ, ਫੁੱਲਾਂ ਦੀ ਸਹਿਤ ਹੁੰਦੀ ਹੈ। ਫਲ ਲਾਗਾ ਤਬ ਫੂਲ ਬਿਲਾਇ। ਜਦ ਫਲ ਲੱਗ ਜਾਂਦਾ ਹੈ ਤਦੋਂ ਸਾਰੇ ਫੁੱਲ ਨਾਸ਼ ਹੋ ਜਾਂਦੇ ਹਨ। ਗਿਆਨੈ ਕਾਰਨ ਕਰਮ ਅਭਿਆਸ। ਇਸੇ ਪ੍ਰਕਾਰ ਗਿਆਨ ਦੀ ਪ੍ਰਾਪਤੀ ਦੇ ਵਾਸਤੇ ਨਿਸ਼ਕਾਮ ਕਰਮਾਂ ਦੁਆਰਾ ਨਾਮ ਦਾ ਅਭਿਆਸ ਕਰੀਦਾ ਹੈ। ਗਿਆਨ ਭਇਆ ਤਹ ਕਰਮ ਹੈ ਨਾਸ। ਜਦੋਂ ਗਿਆਨ ਪ੍ਰਾਪਤ ਹੋ ਗਿਆ ਤਾਂ ਉਸ ਸਮੇਂ ਕਰਮ ਨਾਸ਼ ਹੋ ਜਾਂਦੇ ਨੇ। ਅਰਥਾਤ ਅੰਤਰਕਰਨ ਰੂਪੀ ਧਰਤੀ, ਸ਼ਰਧਾ ਦਾ ਬੀਜ, ਧਰਮ ਰੂਪੀ ਅੰਕੁਰ, ਸਤ ਸੰਤੋਖ ਰੂਪ ਪੱਤੇ, ਕਰਨਾ ਮਦਤਾ ਮੈਤਰੀ ਉਪੇਖਿਆ ਰੂਪ ਟਹਿਣੀਆਂ ਅਤੇ ਉਪਾਸਨਾ ਰੂਪੀ ਫੁੱਲ ਲੱਗੇ ਹੋਏ ਹਨ। ਇਉਂ ਬ੍ਰਹਮ ਗਿਆਨ ਰੂਪੀ ਫਲ ਦੇ ਕਾਰਨ ਸ਼ੁਭ ਗੁਣਾ ਰੂਪੀ ਬਨਸਪਤੀ ਪ੍ਰਫੁੱਲਤ ਹੋ ਰਹੀ ਹੈ। ਜਿਸ ਸਮੇਂ ਬ੍ਰਹਮ ਗਿਆਨ ਰੂਪੀ ਫਲ ਲੱਗ ਜਾਂਦਾ ਹੈ ਤਦੋਂ ਜੋ ਪਹਿਲਾਂ ਚਿੱਤ ਦੀ ਚੰਚਲਤਾ ਮਿਟਣ ਵਾਸਤੇ ਉਪਾਸਨਾ ਅਤੇ ਪਾਪਾਂ ਦੀ ਨਿਵਰਤੀ ਲਈ ਨਿਸ਼ਕਾਮ ਕਰਮ ਕਰਨੇ ਸੀ ਉਹ ਸਾਰੇ ਸ਼ੁਭ ਜਾਂਦੇ ਹਨ। ਜਿਵੇਂ ਅਸ਼ਟਾਵਕਰ ਨੇ ਰਾਜੇ ਜਨਕ ਨੂੰ ਗਿਆਨ ਦੇ ਸਹਿਤ ਰਹਿਣ ਲਈ ਹੀ ਕਿਹਾ। ਉਹਨੇ ਦੱਸਿਆ ਕਿ ਜੋ ਗਿਆਨ ਦੇ ਸਹਿਤ ਹੋ ਕੇ ਗਿਆਨ ਤੋਂ ਥੱਲੇ ਉਪਾਸਨਾ ਜਾਂ ਕਰਮ ਕਰਨੇ ਨੇ ਇਹ ਯੋਗ ਅਰੂੜੀ ਪਤਿਤ ਮਨੁੱਖ ਦੇ ਲੱਛਣ ਹਨ। ਗਿਆਨ ਤੋਂ ਬਾਅਦ ਉਪਾਸਨਾ ਅਤੇ ਕਰਮ ਕਰਨ ਨਾਲ ਮਨੁੱਖ ਫਿਰ ਗਿਆਨ ਅਵਸਥਾ ਤੋਂ ਡਿੱਗ ਜਾਂਦਾ ਹੈ। ਪਰ ਗੁਰਮਤਿ ਦਾ ਅਸੂਲ ਇਹ ਹੈ ਕਿ ਪੂਰਨ ਬ੍ਰਹਮ ਗਿਆਨੀ ਹੋ ਕੇ ਵੀ ਦੁਨੀਆ ਦੇ ਭਲੇ ਵਾਸਤੇ ਕਰਮ ਅਭਿਆਸ ਕਰਦੇ ਰਹਿਣਾ। ਇਹਦਾ ਅਰਥ ਫਿਰ ਕੀ ਬਣਿਆ? ਮਤਲਬ ਜਿਹੜਾ ਬ੍ਰਹਮ ਗਿਆਨੀ ਹੈ ਲੋਕ ਬਾਬਿਆਂ ਨੂੰ ਵਿਹਲਾ ਕਹਿੰਦੇ ਨੇ, ਪਹਿਲਾਂ ਬਦਨਾਮ ਆਪਾਂ
ਜੋ ਮੇਰੇ ਖਿਆਲਾਤ ਨੇ, ਸ਼ਾਇਦ ਤੁਸੀਂ ਉਹਦੇ ਨਾਲ ਸਹਿਮਤ ਹੋਵੋ ਜਾਂ ਨਾ ਹੋਵੋ, ਆ ਜਿਹੜੇ ਪੁਲਿਸ ਵਾਲੇ ਨੇ ਦਫ਼ਤਰਾਂ ਦੇ ਵਿੱਚ ਜਿਹੜੇ ਆਫੀਸਰ ਨੇ ਵੱਡੇ ਵੱਡੇ, ਕੀ ਕਰਦੇ ਨੇ ਦੱਸੋ? 8 ਘੰਟੇ ਦੀ ਡਿਊਟੀ ਵਿੱਚ 1 ਘੰਟਾ, ਸਾਹਿਬ ਫਲਾਣੀ ਜਗ੍ਹਾ ਗਏ ਨੇ, ਸਾਹਿਬ ਆ ਰਹੇ ਨੇ, ਸਾਹਿਬ ਮੀਟਿੰਗ ਦੇ ਨੇ, ਸਾਹਿਬ ਦੀ ਛੁੱਟੀ ਹੈ, ਸਾਹਿਬ ਅੱਜ ਨਹੀਂ ਭਲਕੇ ਆਉਣਗੇ। ਹਫ਼ਤੇ 'ਚ 4 ਦਿਨ ਹੁੰਦੇ ਨੇ, 4 ਦਿਨਾਂ ਦੇ ਵਿੱਚੋਂ ਨੇ ਕਦੀ 3 ਤੋਂ 4 ਆ ਜਾਓ, ਕਦੀ ਸਵੇਰੇ 12 ਵਜੇ ਆ ਜਾਓ। ਕਹਿਣ ਦਾ ਮਤਲਬ ਵੀ ਉਹਨਾਂ ਸਿਗਨੇਚਰ ਹੀ ਕਰਨੇ ਹੁੰਦੇ ਨੇ, ਪਰ ਉਹਨਾਂ ਸਿਗਨੇਚਰਾਂ ਤੋਂ ਬਗੈਰ ਕੋਈ ਫਾਈਲ ਅੱਗੇ ਨਹੀਂ ਚੱਲ ਸਕਦੀ। ਹੈ ਤਾਂ ਉਹ ਵੀ ਵਿਹਲੇ, ਪਰ ਉਹਨਾਂ ਦਾ ਆਪਦਾ ਕੰਮ ਹੈ। ਆ ਜਿਹੜੇ ਟੀਚਰ ਨੇ, ਟੀਚਰ ਸੋ ਭਾਵੇਂ ਉਹ ਦਸਤਕਾਰੀ ਹੱਥੀਂ ਕੰਮ ਨਹੀਂ ਕਰਦੇ, ਜ਼ਰੂਰੀ ਨਹੀਂ ਵੀ ਆਪਾਂ ਇੱਟਾਂ ਰੋੜੇ ਢੋਈਏ ਜਾਂ ਰੇੜਾ ਕੋੜਾਈ ਜਾਂ ਟਰੈਕਟਰ ਟਰਾਲੀ ਤੇ ਕੋਈ ਭਾਰ ਢੋਣ ਦੀ ਜਾਂ ਕੋਈ ਲੋਹਾ ਕੁੱਟਣ ਦੀ ਸੇਵਾ ਕਰੀਏ। ਉਹ ਟੀਚਰ ਦੀ ਆਪਣੀ ਜੌਬ ਹੈ। ਉਹ ਪਹਿਲਾਂ ਜੋ ਕੁਝ ਪੜ੍ਹ ਕੇ ਆਉਂਦਾ ਹੈ ਉਹ ਅੱਗੇ ਬੱਚਿਆਂ ਨੂੰ ਪੜ੍ਹਾਉਂਦਾ ਹੈ। ਇਹ ਆਪਣਾ ਕੰਮ ਹੈ। ਮਤਲਬ ਇਨਸਾਨ ਰੁੱਝਿਆ ਰਹਿਣਾ ਚਾਹੀਦਾ ਹੈ ਕਿਸੇ ਵੀ ਕੰਮ ਵਿੱਚ। ਸੋ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਗੁਰਸਿੱਖਾਂ ਨੂੰ ਇੱਕੋ ਹੀ ਕੰਮ ਦਿੱਤਾ ਹੈ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜਵਾਬ ਜਪੈ ਅਬਰੈ ਨਾਮ ਜਪਾਵੈ। ਇਹੀ ਗੁਰਸਿੱਖ ਦੀ ਜੌਬ ਹੈ। ਮਤਲਬ ਬਾਬੇ ਵਿਹਲੇ ਨੇ, ਜਿਹੜੇ ਬਾਬੇ ਆਪ ਨਾਮ ਜਪਦੇ ਨੇ, ਦੂਜਿਆਂ ਨੂੰ ਜਪਾਉਂਦੇ ਨੇ। ਸਮਝ ਲਓ ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰਿ ਕੋ ਨਾਮ ਜਪ ਨਿਰਮਲ ਕਰਮ, ਸਭ ਤੋਂ ਉੱਤਮ ਕਰਮ ਉਹ ਕਰ ਰਹੇ ਨੇ। ਅਬਰ ਕਾਜ ਤੇਰੇ ਕਿਤੇ ਨਾ ਕਾਮ, ਮੇਰਾ ਸਾਧ ਸੰਗਤ ਭਜ ਕੇਵਲ ਨਾਮ। ਲੋਕ ਸੰਗਤ ਵਿੱਚ ਬੈਠਣਾ ਵਿਹਲਿਆਂ ਦਾ ਕੰਮ ਸਮਝਦੇ, ਇਸ ਲਈ ਜ਼ਿਆਦਾਤਰ ਸਾਡੇ ਬੱਚੇ ਨੌਜਵਾਨ ਇੱਥੇ ਨਹੀਂ ਆ ਕੇ ਬੈਠਦੇ। ਆਮ ਲੋਕਾਂ ਦਾ ਖਿਆਲ ਹੈ ਕਿ ਜਿਹੜੇ ਬਜ਼ੁਰਗ ਨੇ ਬਹੁਤ ਹੀ ਜ਼ਿਆਦਾ ਉਹ ਸੰਗਤ ਵਿੱਚ ਜਾਂਦੇ ਹਨ। ਅਜੇ ਤਾਂ ਸਾਡੀ ਉਮਰ ਬਥੇਰੀ ਹੈ, ਮਤਲਬ ਅਸੀਂ ਤਾਂ ਅਜੇ ਕਈ 100 ਕੰਮ ਕਰਨੇ ਨੇ, ਪਰ ਐਸਾ ਕੁਝ ਨਹੀਂ ਹੈ। ਸਭ ਤੋਂ ਜ਼ਰੂਰੀ ਕੰਮ ਮਹਾਰਾਜ ਨੇ ਸਾਨੂੰ ਸੰਗਤ ਵਿੱਚ ਬੈਠ ਕੇ ਕਥਾ ਕੀਰਤਨ ਕਰਨ, ਸੁਣਨ ਦਾ, ਨਾਮ ਜਪਣ ਜਪਾਉਣ ਦਾ ਦਿੱਤਾ ਹੈ। ਸੋ ਜਿਹੜਾ ਬ੍ਰਹਮ ਗਿਆਨੀ ਹੈ, ਇਹ ਨਹੀਂ ਵੀ ਬ੍ਰਹਮ ਗਿਆਨ ਪਾ ਕੇ ਤੇ ਉਹ ਵਿਹਲਾ ਬੈਠ ਜਾਂਦਾ ਇੱਕ ਨੁੱਕਰ ਦੇ ਵਿੱਚ। ਜਿਵੇਂ ਜਿਹੜੇ ਸ਼ਹੀਦ ਸਿੰਘ ਹਨ, ਜਿਹੜਾ ਸਿਰ ਦੇ ਕੇ ਗੁਰੂ ਨੂੰ ਪ੍ਰਸੰਨ ਕੀਤਾ, ਉੱਪਰ ਵੀ ਜਾ ਕੇ ਬੈਠੇ ਰਹੋ ਬੈਠੇ ਰਹੋ। ਸੱਚਖੰਡ ਵਿੱਚ ਕੀ ਕਰਨਾ? ਚੌਂਕੜਾ ਮਾਰ ਕੇ ਕੀਰਤਨ ਹੀ ਸੁਣਨਾ ਹੈ। ਇਸ ਲਈ ਮਹਾਰਾਜ ਉਹਨਾਂ ਦੀ ਕੁਝ ਵਿਸ਼ੇਸ਼ ਸੇਵਾ ਲਾਉਂਦਾ ਹੈ, ਸ਼ਹੀਦਾਂ ਸਿੰਘਾਂ ਦੀ ਜਾਂ ਕਿਸੇ ਖਾਸ ਗੁਰਸਿੱਖ ਦੀ, ਕਿ ਤੁਸੀਂ ਜਾਓ ਆਪ ਨਾਮ ਜਪੋ, ਦੂਜਿਆਂ ਨੂੰ ਜਪਾਵੋ। ਬਖਸ਼ੀਆਂ ਹੋਈਆਂ ਰੂਹਾਂ ਸੱਚਖੰਡ ਦੇ ਵਿੱਚੋਂ ਮਾਤ ਲੋਕ ਦੀ ਧਰਤੀ ਤੇ ਉਤਰਦੀਆਂ ਨੇ। ਜਿਹੜੇ ਸੰਤ ਨੇ ਉਹ ਨਿਤ ਅਵਤਾਰ ਨੇ, ਕਈ ਨਿਮਿਤ ਅਵਤਾਰ ਨੇ। ਜਿਹੜੇ ਗੁਰੂ ਸਾਹਿਬ ਹੋਏ ਨੇ, ਗੁਰੂ ਨਾਨਕ ਸਾਹਿਬ ਜੀ, ਗੁਰੂ ਗੋਬਿੰਦ ਸਿੰਘ ਜੀ, ਇਹ ਪੂਰਨ ਅਵਤਾਰ ਹੋਏ ਹਨ। ਅਨੰਦ ਕਲਾ ਹੋਏ ਠਾਕੁਰ ਚੜਿਆ, ਜਿਵੇਂ ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਸਮਾ ਤਮਾਸਾ। ਸੋ ਵਾਹਿਗੁਰੂ ਨੇ ਮੈਂ ਆਪਣਾ ਸੁਤ ਤੋਹੇ ਨਵਾਜਾ, ਪੰਥ ਪਰਚੁਰ ਕਰਵੇ ਕੋ ਸਾਜਾ। ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਰਿਓ। ਗੁਰੂ ਸਾਹਿਬ ਦਾ ਪੂਰਨ ਅਵਤਾਰ ਨੇ, ਉਹਨਾਂ ਦੀ ਬਰਾਬਰੀ ਤਾਂ ਕੋਈ ਨਹੀਂ ਕਰ ਸਕਦਾ। ਪਰ ਜਿਹੜੇ ਬ੍ਰਹਮ ਗਿਆਨੀ ਨੇ, ਜਿਵੇਂ ਮਾਲੀ ਹੁੰਦਾ ਹੈ, ਮਾਲੀ ਨੇ ਅੱਗੇ ਆਪਦੇ ਸਿੱਖ ਸੇਵਕ ਰੱਖੇ ਹੁੰਦੇ ਆ, ਕਿੰਨੇ ਬੂਟੇ ਨੇ, ਕਿੰਨੇ ਪਾਰਕ ਨੇ, ਉਹਨੇ ਗਾਂ ਆਪਦੇ ਸੇਵਕ ਰੱਖੇ ਹੁੰਦੇ ਨੇ, ਪਾਣੀ ਧਾਣੀ ਪਾਉਣ ਲਈ, ਗੋਡੀ ਗਾਡੀ ਕਰਨ ਲਈ। ਤੋ ਇਸ ਤਰ੍ਹਾਂ ਸਿੰਚਨ ਹਾਰ ਹੈ ਇੱਕ ਹੈ ਮਾਲੀ। ਮਾਲੀ ਤਾਂ ਕੋਈ ਹੈ ਪਰਮਾਤਮਾ ਸ੍ਰੀ ਗੁਰੂ ਨਾਨਕ ਦੇਵ ਜੀ। ਗਾਂ ਜਿੰਨੇ ਸਾਧੂ ਸੰਤ ਨੇ, ਇਹ ਜਿਹੜੀ ਗੁਰਸਿੱਖੀ ਦੀ ਫੁਲਵਾੜੀ ਲੱਗੀ ਹੋਈ ਹੈ, ਇਹਨਾਂ ਫੁੱਲਾਂ ਨੂੰ ਪ੍ਰਫੁੱਲਤ ਰੱਖਣ ਵਾਸਤੇ ਗੁਰਬਾਣੀ ਦਾ ਪਾਣੀ ਸਿੰਚਣ ਵਾਸਤੇ। ਸਿੰਚਨ ਹਰ ਹੈ ਇੱਕ ਹੈ ਮਾਲੀ, ਖਬਰ ਕਰਤਾ ਹੈ ਪਾਤ ਪਤ ਡਾਲੀ। ਹਰੇਕ ਪੱਤੇ ਦੀ, ਹਰੇਕ ਡਾਲੀ ਦੀ ਉਹ ਆਪ ਖਬਰ ਰੱਖਦਾ, ਉਹਨੂੰ ਸਾਰੀ ਜਾਣਕਾਰੀ ਹੈ। ਤੇ ਉਹ ਸਾਧੂ ਸੰਤਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਸੇਵਾ ਵਾਸਤੇ ਭੇਜਦੇ ਨੇ। ਸ਼ਹੀਦਾਂ ਸਿੰਘਾਂ ਦੀ
ਲੋਕ ਦੇ ਵਿੱਚ ਤੇ ਪਰਲੋਕ ਵਿੱਚ ਵੀ ਜਥੇਦਾਰੀ ਹੈ। ਤੋ ਇਸ ਵਾਸਤੇ ਜਿਹੜਾ ਬ੍ਰਹਮ ਗਿਆਨੀ ਹੈ ਉਹ ਜਿਉਂਦਾ ਵੀ ਕਰਮ ਕਰਦਾ, ਤੇ ਸਰੀਰ ਛੱਡਣ ਤੋਂ ਬਾਅਦ ਤਾਂ ਵਾਹਿਗੁਰੂ ਦੀ ਮਰਜ਼ੀ ਹੈ ਵੀ ਕੀ ਕੰਮ ਲੈਣਾ। ਜਿਹੜਾ ਕੰਮ ਹੈ ਉਹ ਹਰੇਕ ਨੂੰ ਕਰਨਾ ਪੈਂਦਾ ਹੈ। ਮਹਾਰਾਜ ਨੇ ਹੱਥ ਦਿੱਤੇ ਨੇ, ਪੈਰ ਦਿੱਤੇ ਨੇ। ਜੇ ਆਪਾਂ ਚੌਂਕੜਾ ਮਾਰ ਕੇ ਕੰਧ ਵੱਲ ਮੂੰਹ ਕਰਕੇ ਇਕੱਲੇ ਬੈਠੇ ਰਹਾਂਗੇ, ਦੁਨੀਆ ਨੂੰ ਚੰਗੇ ਨਹੀਂ ਲੱਗਾਂਗੇ। ਤੋ ਇਸ ਵਾਸਤੇ ਜਿਹੜੇ ਗੁਰੂ ਦੇ ਸਿੱਖ ਨੇ ਉਹ ਕਾਰ ਸੇਵਾ ਗੁਰੂ ਘਰਾਂ ਦੀ, ਬਰਤਨ ਮਾਂਜਣੇ ਔਰ ਆਪ ਸੇਵਾ ਕਰਦੇ ਤੇ ਦੂਸਰਿਆਂ ਨੂੰ ਸੇਵਾ ਲਈ ਪ੍ਰੇਰਿਤ ਕਰਦੇ। ਆ ਜੋ ਕਥਾ ਕੀਰਤਨ ਗੁਰਬਾਣੀ ਦਾ ਪਠਨ ਪਾਠਨ, ਨਾਮ ਜਪਣਾ ਜਪਾਉਣਾ, ਇਹ ਧਰਮ ਪ੍ਰਚਾਰ ਦਾ ਕਾਰਜ ਕਰਦੇ ਨੇ। ਤੋ ਜਿਹੜੇ ਆਮ ਇਨਸਾਨ ਹਨ, ਅਸੀਂ ਜੋ ਵੀ ਕਰਮ ਕਰਾਂਗੇ ਉਹਦੇ ਆਪ ਹੰਗਤਾ ਕਰਾਂਗੇ, ਆਪਾਂ ਕੀਤਾ ਹੈ। ਜੇ ਮਾੜਾ ਕੰਮ ਹੋ ਗਿਆ ਤਾਂ ਰੱਬ ਨੇ ਕਰਾਇਆ, ਜੇ ਚੰਗਾ ਕੀਤਾ ਤਾਂ ਮੈਂ ਕੀਤਾ। ਬ੍ਰਹਮ ਗਿਆਨੀ ਤੇ ਸਾਡੇ ਵਿੱਚ ਇਹ ਫਰਕ ਹੈ ਕਿ ਬ੍ਰਹਮ ਗਿਆਨੀ ਕਰਮ ਦੀ ਹੰਗਤਾ ਨਹੀਂ ਰੱਖਦਾ। ਸਾਡੇ ਮਨ 'ਚ ਹੰਗਤਾ ਹੈ, ਇਸ ਲਈ ਕਰਮ ਕਰਦੇ ਤਾਂ ਹਨ ਬ੍ਰਹਮ ਗਿਆਨੀ, ਪਰ ਉਹਨਾਂ ਦੇ ਕਰਮਾਂ ਦੀ ਹੰਗਤਾ ਨਾਸ ਹੋ ਜਾਂਦੀ ਹੈ। ਗਿਆਨੈ ਕਾਰਨ ਕਰਮ ਅਭਿਆਸ, ਗਿਆਨ ਭਇਆ ਤੇ ਕਰਮੈ ਨਾਸ। ਕਰਮ ਨਾਸ਼ ਨਹੀਂ ਹੁੰਦੇ, ਕਰਮ ਕਰਨੇ ਪੈਂਦੇ ਨੇ। ਕਰਮਾਂ ਦੀ ਹੰਗਤਾ ਨਾਸ਼ ਹੋ ਜਾਂਦੀ ਹੈ। ਜਿਸ ਪ੍ਰਕਾਰ ਬਾਬਾ ਬੁੱਢਾ ਜੀ ਨੂੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਨੇ ਕਿਹਾ ਕਿ ਅੰਮ੍ਰਿਤ ਵੇਲੇ ਇਸ਼ਨਾਨ ਕਰਿਆ ਕਰੋ ਤੇ ਸੰਗਤ ਵਿੱਚ ਜੁੜ ਕੇ ਬੈਠਿਆ ਕਰੋ, ਤਾਂ ਅੱਗੋਂ ਬਾਬਾ ਬੁੱਢਾ ਜੀ ਨੇ ਕਿਹਾ ਕਿ ਹੇ ਸਤਿਗੁਰੂ ਜੀ, ਹੁਣ ਤੁਹਾਡੀ ਕਿਰਪਾ ਨਾਲ ਅਵਸਥਾ ਐਸੀ ਹੋ ਰਹੀ ਹੈ ਕਿ ਉੱਥੇ ਕੁਛ ਕਰਨ ਦੀ ਬਾਕੀ ਲੋੜ ਹੀ ਨਹੀਂ ਰਹੀ। ਅੱਗੋਂ ਸਤਿਗੁਰਾਂ ਨੇ ਕਿਹਾ ਕਿ ਤੁਸੀਂ ਠੀਕ ਕਹਿੰਦੇ ਹੋ, ਭਾਵੇਂ ਕੋਈ ਲੋੜ ਹੀ ਨਹੀਂ ਹੈ, ਪਰ ਤੁਹਾਡੇ ਜੀਵਨ ਵੱਲ ਵੇਖ ਕੇ ਬੇਅੰਤ ਸੰਗਤਾਂ ਗੁਰਮਤਿ ਪ੍ਰਾਪਤ ਕਰਨਗੀਆਂ। ਤੁਹਾਨੂੰ ਅੰਮ੍ਰਿਤ ਵੇਲੇ ਉੱਠਦਿਆਂ ਵੇਖ ਕੇ ਸੰਗਤਾਂ ਵਿੱਚ ਵੀ ਅੰਮ੍ਰਿਤ ਵੇਲੇ ਉੱਠਣ ਦਾ ਉਤਸ਼ਾਹ ਪੈਦਾ ਹੋਵੇਗਾ, ਸਿਮਰਨ ਦੀ ਲਗਨ ਲੱਗੇਗੀ। ਇਹ ਉਪਦੇਸ਼ ਸੁਣ ਕੇ ਬਾਬਾ ਬੁੱਢਾ ਜੀ ਨੇ ਸਤ ਬਚਨ ਕਹਿ ਕੇ ਧਾਰਨ ਕੀਤਾ ਤੇ ਸਾਰੀ ਉਮਰ ਗੁਰਦੁਆਰੇ ਦੀਆਂ ਪੈਲੀਆਂ ਦੀ ਸੇਵਾ ਕਰਦੀ ਰਹੀ। ਜਿੱਥੇ ਬੀੜ ਬਾਬਾ ਬੁੱਢਾ ਸਾਹਿਬ ਹੈ, ਮਾਲਵੇ ਵਿੱਚ ਝੜੀ ਕਹਿੰਦੇ ਨੇ, ਤੇ ਇੱਧਰ ਜਿਹੜਾ ਦੁਆਬਾ ਹੈ, ਇੱਥੇ ਆਪਾਂ ਉਹ ਦਰਿਆਈ ਇਲਾਕੇ ਨੂੰ ਮੰਡ ਵੀ ਕਹਿ ਦਿੰਦੇ ਆ। ਮਤਲਬ ਜਿੱਥੇ ਬਹੁਤਾ ਜੰਗਲ ਮੇਲਾ ਹੋਵੇ, ਝੜੀ ਕਹਿ ਲਓ ਜਾਂ ਬੀੜ ਕਹਿ ਲਓ, ਉਹ ਜੰਗਲ ਮੇਲੇ ਦੇ ਵਿੱਚ ਬਾਬਾ ਜੀ ਦਾ ਆਸਣ ਸੀਗਾ। ਤੇ ਜਿੰਨੀਆਂ ਪੈਲੀਆਂ ਜ਼ਮੀਨਾਂ ਗੁਰੂ ਘਰ ਦੇ ਨਾਮ ਸੀਗੀਆਂ, ਉਹਨਾਂ ਸਾਰਿਆਂ ਦੀ ਵਾਹੀ ਖੇਤੀ ਦੀ ਸੇਵਾ ਕਰਕੇ ਜੋ ਅਨਾਜ ਪੈਦਾ ਹੁੰਦਾ ਉਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਲੰਗਰ ਦੇ ਵਿੱਚ ਭੇਜ ਦਿਆ ਕਰਦੇ। ਕਿਉਂ? ਬਾਬਾ ਜੀ ਨਿਮਰਤਾਵਾਨ ਰਹੇ, ਸਾਰੀ ਉਮਰ ਸੇਵਾ ਨਿਭਾਉਂਦੇ ਰਹੇ। ਗਿਆਨਵਾਨ ਦੇ ਤਾਈ ਕਰਮਾਂ ਦਾ ਅਭਿਆਸ ਨਹੀਂ ਰਹਿੰਦਾ, ਪਰ ਦੁਨੀਆ ਦੀ ਭਲਾਈ, ਪਰ ਉਪਕਾਰ ਵਾਸਤੇ ਜਿਵੇਂ ਪਹਿਲਾਂ ਸੰਸਾਰ ਵਿੱਚ ਵਰਤਦੇ ਸੀ, ਉਸੇ ਪ੍ਰਕਾਰ ਹੀ ਵਰਤਦੇ ਰਹਿੰਦੇ ਨੇ। ਵੇਖਣ ਵਾਲੇ ਨੂੰ ਜਾਪਦਾ ਕਿ ਇਹ ਵੀ ਸਾਡੇ ਵਾਂਗ ਹੀ ਨੇ, ਪਰ ਗਿਆਨਵਾਨ ਹੋਣ ਕਾਰਨ ਉਹਨਾਂ ਨੂੰ ਕਰਮਾਂ ਦੇ ਫਲ ਦੀ ਇੱਛਾ ਨਹੀਂ ਰਹਿੰਦੀ। ਕਾਹੂ ਫਲ ਕੀ ਇੱਛਾ ਨਹੀਂ ਬਾਸ਼ਾ, ਕੇਵਲ ਭਗਤ ਕੀਰਤਨ ਸੰਗਰਾਜ। ਅਸੀਂ ਛੋਟੇ ਤੋਂ ਛੋਟਾ ਵੀ ਕਰਮ ਕਰਕੇ ਕਹਿੰਦੇ ਆ ਵੀ ਸਾਨੂੰ ਆਹ ਫਲ ਮਿਲੇ, ਸੇਵਾ ਥੋੜੀ ਮੰਗਣ ਬਹੁਤ, ਇਸੇ ਲਈ ਮਹਿਰ ਨਾ ਪਾਵੇ ਕਹਿ ਤੋ ਪੁੱਤ। ਇਉਂ ਸੋ ਸਵਰਗ ਦੀ ਇੱਛਾ ਹੁੰਦੀ ਹੈ। ਕਬੀਰ ਸਾਹਿਬ ਜੀ ਵੇਖੋ ਬ੍ਰਹਮ ਗਿਆਨੀ ਸੰਤ ਭਗਤ ਹੋਏ ਨੇ, ਉਹਨਾਂ ਦੇ ਕੈਸੇ ਸੋਹਣੇ ਵਿਚਾਰ ਨੇ। ਕਬੀਰ ਜੀ ਕਹਿੰਦੇ ਨੇ, ਕਬੀਰ ਸੁਰਗ ਬਾਸ ਨਾ ਬਾਛੀ ਹੈ। ਅਸੀਂ ਕਰਮ ਕਰਕੇ ਸਵਰਗ ਦੀ ਇੱਛਾ ਰੱਖਦੇ ਹਾਂ, ਪਰ ਕਬੀਰ ਜੀ ਕਹਿੰਦੇ ਵੀ ਮੈਨੂੰ ਨਹੀਂ ਇੱਛਾ ਹੈ ਕਿ ਮੈਂ ਸਵਰਗ ਵਿੱਚ ਜਾਵਾਂ। ਸਵਰਗ ਦਾ ਵਸਣਾ ਮੈਂ ਨਹੀਂ ਚਾਹੁੰਦਾ। ਡਰੀਏ ਨਾ ਨਰਕ ਨਿਵਾਸ, ਤੇ ਨਰਕਾਂ 'ਚ ਵਸਣ ਤੋਂ ਆਪਾਂ ਡਰਦੇ ਕੋਈ ਨਹੀਂ, ਕਿਉਂਕਿ ਡਰ ਤੇ ਉਹਨੂੰ ਹੁੰਦਾ ਜਿਹੜਾ ਬੰਦਾ ਨਿਗੁਰਾ ਹੋਵੇ। ਜਿਹੜਾ ਕੰਮ ਸਾਡੇ ਵੱਸ ਦਾ ਨਾ ਹੋਵੇ, ਅਸੀਂ ਗੁਰੂ ਤੇ ਸੁੱਟ ਦਿੰਦੇ ਹਾਂ। ਅਰਦਾਸ ਕਰ ਲਓ ਬਸ ਕਿ ਮਹਾਰਾਜ ਸਾਡੀਆਂ ਬਾਹਾਂ ਖੜੀਆਂ ਤੇ ਹੁਣ ਸਾਨੂੰ ਕੁਛ ਪਤਾ ਹੀ ਨਹੀਂ ਹੈ ਕਿੱਥੇ ਜਾਣਾ, ਤੇਰੀ ਮਰਜ਼ੀ ਹੈ ਤੇ ਤੂੰ ਸਾਡਾ ਰਾਖਾ ਹੈ, ਤੂੰ ਮੇਰਾ ਰਾਖਾ ਸਭਨੀ ਥਾਈ ਤਾਂ ਭਉ ਇਹ ਕਾੜਾ ਜੀਓ।
ਜਿਹੜਾ ਬੰਦਾ ਗੁਰੂ ਦੇ ਸਪੁਰਦ ਕਰ ਦਿੰਦਾ ਆਪਣਾ ਆਪ, ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਮੰਨਿਆ ਭਾਈ ਹੈ। ਜੋ ਗੁਰੂ ਕਹਿੰਦਾ, ਜੋ ਗੁਰੂ ਕਹੈ ਸੋਈ ਪਰ ਮਾਨੋ, ਹਰ ਹਰ ਕਥਾ ਨਿਰਾਲੀ। ਹੁਕਮ ਨੂੰ ਮੰਨਦਾ ਤੇ ਹਰੀ ਦੀ ਨਿਰਾਲੀ ਕਥਾ ਨੂੰ ਸੁਣਦਾ, ਗੁਰੂ ਦਾ ਰਾਖਾ ਹੁੰਦਾ ਹੈ। ਲੋਕ ਅਤੇ ਪਰਲੋਕ ਦੇ ਵਿੱਚ ਉਹਦੀ ਰੱਖਿਆ ਕਰਦਾ। ਗੁਰੂ ਵਾਲਾ ਬੰਦਾ ਨਰਕਾਂ 'ਚ ਨਹੀਂ ਜਾਂਦਾ। ਇਹ ਗੱਲ ਵੱਖਰੀ ਹੈ ਵੀ ਜਨਮ ਭਾਵੇਂ ਮਹਾਰਾਜ ਦੇ ਆਪਦੀ ਸਿੱਖੀ ਦੇ ਵਿੱਚ ਪਰਪੱਕ ਕਰਨ ਲਈ ਸੇਵਾ ਹੋਰ ਕਰਾਉਣੀ ਹੋਵੇ, ਇਹ ਮਹਾਰਾਜ ਦੀ ਮਰਜ਼ੀ ਹੈ। ਮੁਕਤ ਕਰੇ ਨਾ ਕਰੇ, ਪਰ ਨਰਕਾਂ 'ਚ ਨਹੀਂ ਸੁੱਟਦਾ। ਜੇ ਕਿਤੇ ਆਪਦੀ ਕਰਤੂਤ ਕਰਕੇ ਇਨਸਾਨ ਬਹਿ ਵੀ ਜਾਵੇ ਤਾਂ ਵੀ ਸਿੱਖੀ ਦੀ ਪਹਿਚਾਣ ਕੇਸ ਵੇਖ ਕੇ ਵੀ ਇਹਨੇ ਪੱਗ ਬੰਨੀ ਹੋਈ ਹੈ, ਇਹਦੇ ਸਿਰ ਤੇ ਕੇਸ ਨਹੀਂ। ਜੇ ਕੋਈ ਕਹੇ ਵੀ ਇਹ ਤਾਂ ਇੱਥੇ ਸੜ ਗਏ, ਨਹੀਂ। ਜਿਸ ਤਰ੍ਹਾਂ ਦੀ ਬੰਦੇ ਨੇ ਰਹਿਤ ਰੱਖੀ ਹੈ ਜਿਉਂਦਿਆਂ, ਮਰਿਆਂ ਤੋਂ ਬਾਅਦ ਵੀ ਉਹ ਉਸੇ ਤਰ੍ਹਾਂ ਦਾ ਦਿਖੂਗਾ। ਆ ਜਿੰਨੇ ਸਿੰਘ ਨੇ ਇਹ ਸਾਰੇ ਉਸੇ ਤਰ੍ਹਾਂ ਦੇ ਨੇ, ਵੇਖਣ ਨੂੰ ਉਸੇ ਤਰ੍ਹਾਂ ਦੇ ਹੀ ਨੇ, ਕਿਉਂਕਿ ਆਤਮਾ ਨਹੀਂ ਮਰਦੀ ਹੈ। ਜਿਸ ਤਰ੍ਹਾਂ ਦਾ ਬੰਦਾ ਰਿਹਾ, ਹੁਣ ਬਾਬਾ ਤਾਰੂ ਸਿੰਘ ਨੇ ਜਿਉਂਦਿਆਂ ਕੇਸ ਨਹੀਂ ਕਟਵਾਏ, ਸਿੱਧਕ ਰੱਖਿਆ। ਇਹ ਥੋੜਾ ਵੀ ਉਹਦੇ ਕੇਸ ਕਿਤੇ ਸੰਸਕਾਰ 'ਚ ਸਾੜ ਗਏ, ਬਿਲਕੁਲ ਨਹੀਂ। ਉਸ ਤਰ੍ਹਾਂ ਦਾ ਦਸਤਾਰਾਂ ਦਾ ਉਸੇ ਤਰ੍ਹਾਂ ਨੇ। ਉਹ ਚੜ੍ਹਦੀ ਕਲਾ ਦੇ ਨਾਲ ਜਿਹੜੀ ਰਹਿਤ ਇਨਸਾਨ ਜਿਉਂਦਿਆਂ ਰੱਖਦਾ, ਤੇ ਮਹਾਰਾਜ ਮਰਿਆਂ ਤੋਂ ਬਾਅਦ ਆਪ ਰਖਸ਼ਾ ਕਰਦਾ ਹੈ। ਇਸ ਲਈ ਮਹਾਰਾਜ ਸਿੱਖੀ ਦੀ ਨਿਸ਼ਾਨੀ ਵੇਖ ਕੇ ਤੇ ਨਰਕਾਂ ਤੋਂ ਕਾਢੀ, ਨਰਕ ਤੇ ਤੂੰ। ਮੈਂ ਜਿਹੜੀ ਗੱਲ ਕਹੂੰਗਾ ਨਾਲ ਬਾਣੀ ਦੀ ਪੰਕਤੀ ਪੜ੍ਹ ਕੇ ਸੁਣਾਉਂਗਾ, ਸਿੱਧ ਕਰਨ ਵਾਸਤੇ ਕਿ ਗੁਰਬਾਣੀ 'ਚ ਲਿਖਿਆ ਹੋਇਆ ਹੈ ਕਿ ਨਰਕਾਂ ਦੇ ਵਿੱਚੋਂ ਕੇਸਾਂ ਤੋਂ ਧੋ ਕੇ ਨਹੀਂ ਬਾਹਰ ਕੱਢਦੇ, ਕੇਸਾਂ ਦਾ ਸਤਿਕਾਰ ਕਰਦੇ। ਦਸਤਾਰ ਵੇਖ ਕੇ, ਕੇਸ ਵੇਖ ਕੇ, ਤੇ ਜਿਹੜਾ ਵੀ ਅੰਗ ਪੈਰ, ਬਾਂਹ ਹੱਥ ਆ ਗਈ ਬਾਂਹ, ਕੁਝ ਵੀ ਹੱਥ ਆ ਗਿਆ ਹੱਥ 'ਚ, ਹੱਥ ਫੜ ਕੇ ਕਿਸੇ ਤਰ੍ਹਾਂ ਵੀ ਜਾਂ ਚੁੱਕ ਕੇ ਬਾਹਰ ਮਾਰ ਦੇ। ਜ਼ਰੂਰੀ ਵੀ ਕੇਸਾਂ ਤੋਂ ਹੀ ਧੋਣਾ ਹੈ। ਕੇਸਾਂ ਦੀ ਨਿਸ਼ਾਨੀ ਵੇਖ ਕੇ ਕਿ ਸਿੱਖ ਹੈ, ਧੋ ਕੇ ਬਾਹਰ ਕੱਢ ਲੈਂਦੇ ਹਨ। ਇਉਂ ਸੁਰਗ ਵਾਸਨਾ ਬਾਛੀਏ, ਸੇਵਾ ਕਰੋ ਬਾਣੀ ਪੜ੍ਹੋ, ਪਰ ਸਵਰਗਾਂ 'ਚ ਬਚਣ ਦੀ ਇੱਛਾ ਨਾ ਰੱਖੋ। ਕਿਉਂਕਿ ਉੱਥੇ ਕੀ ਹੈ, ਇੱਥੇ ਠੇਕੇ ਨੇ, ਇੱਥੇ ਰੂੜੀ ਮਾਰਕਾ ਹੈ, ਉੱਥੇ ਅੰਗੂਰਾਂ ਦੀ ਸ਼ਰਾਬ ਹੈ ਵਧੀਆ ਕਿਸਮ ਦੀ। ਜੇ ਸ਼ਰਾਬ ਹੀ ਪੀਣੀ ਹੈ ਫਿਰ ਕੀ ਲੋੜ ਹੈ? ਸ਼ਰਾਬ ਬੜੀ ਜਗ੍ਹਾ ਆਪਾਂ ਜਾਂਦੇ ਨਹੀਂ। ਪੂਰਾ ਪਰੀਆਂ ਨੱਚਦੀਆਂ ਪਈਆਂ ਨੇ ਬੰਦੇ ਨੂੰ ਪ੍ਰਸੰਨ ਮਨੋਰੰਜਨ ਕਰਨ ਵਾਸਤੇ। ਇੱਥੇ ਆਪਾਂ ਸਿਨੇਮੇ ਨੂੰ ਪਸੰਦ ਨਹੀਂ ਕਰਦੇ, ਨਾਲੇ ਪੈਸੇ ਖਰਚੋ, ਨਾਲੇ ਟਾਈਮ ਬਰਬਾਦ। ਜੇ ਨਾਚ ਹੀ ਵੇਖਣਾ ਹੈ ਤਾਂ ਕੀ ਫਾਇਦਾ ਹੋਇਆ? ਇਸ ਵਾਸਤੇ ਰੰਗ ਤਮਾਸ਼ੇ ਬਹੁ ਵਿਧੀ ਚਾਹੇ ਲੱਗ ਰਹਿਆ, ਚੇਤਨਾ ਜੋ ਪਾਰ ਨੂੰ ਤਾਂ ਸਰਬ ਕੀ ਜੂਨ ਗਏ। ਨਾਚ ਹੀ ਵੇਖਣਾ, ਫਿਰ ਉੱਥੇ ਕੀ ਲੋੜ ਹੈ? ਜਿਹੜੇ ਸੁੱਖ ਦੀ ਗੱਲ ਹੈ, ਸੁੱਖ ਦਾ ਨਾਮ ਜਪਣ ਦੇ ਵਿੱਚ ਹੈ। ਤਾਂ ਇਸ ਲਈ ਜਿਹੜਾ ਸਵਰਗ ਦੀ ਇੱਛਾ ਹੈ ਉਹ ਕੋਈ ਬਹੁਤੀ ਵੱਡੀ ਖਾਸ ਗੱਲ ਨਹੀਂ। ਇੱਥੋਂ ਤੱਕ ਵੀ 10ਵੇਂ ਦੁਆਰ ਦੀ ਇੱਛਾ ਵੀ ਗੁਰੂ ਦਾ ਸਿੱਖ ਨਹੀਂ ਕਰਦਾ, ਕਿਉਂਕਿ ਮਨ ਨਿਰਮਲ ਨਹੀਂ। 10ਵੇਂ ਦੁਆਰ ਪਤਾ ਨਹੀਂ ਕਿਹੜੇ ਪਾਸੇ ਧਿਆਨ ਹੋ ਜਾਣਾ। ਤਾਂ ਇਸ ਲਈ ਕਬੀਰ ਚਰਨ ਕਮਲ ਕੀ ਮੌਜ ਮੈਂ ਰਹੋ ਅੰਤ ਅਰਾਧ। ਆਪਾਂ ਤਾਂ ਚਰਨ ਕਮਲਾਂ ਦੀ ਮੌਜ ਦੀ ਇੱਛਾ ਰੱਖਦੇ ਹਾਂ, ਭਾਵੇਂ ਮਹਾਰਾਜ ਇੱਥੇ ਤੇ ਭਾਵੇਂ ਪਰਲੋਕ ਵਿੱਚ। ਜਿਵੇਂ ਇੱਥੇ ਬਿਠਾਇਆ ਉਸੇ ਤਰ੍ਹਾਂ ਉੱਥੇ ਚਰਨਾਂ ਦੇ ਵਿੱਚ ਜਗ੍ਹਾ ਮਿਲੇ। ਜਿਵੇਂ ਭਾਈ ਡੱਲੇ ਨੇ ਕਲਗੀਧਰ ਜੀ ਦੇ ਪਾਸੋਂ ਨਾ ਸਵਰਗ ਮੰਗਿਆ, ਨਾ ਕੋਈ ਹੋਰ ਅਰਦਾਸ ਕੀਤੀ, ਆਖਿਆ ਵੀ ਚਰਨਾਂ 'ਚ ਜਗ੍ਹਾ ਚਾਹੀਦੀ ਹੈ। ਜਿੱਥੇ ਗੁਰੂ ਗੋਬਿੰਦ ਸਿੰਘ ਦੇ ਚਰਨ ਹੋਣ, ਭਾਵੇਂ ਸੱਚਖੰਡ, ਭਾਵੇਂ ਜਿੱਥੇ ਮਰਜੀ, ਅਸੀਂ ਤਾਂ ਚਰਨਾਂ 'ਚ ਰਹਿਣਾ ਹੈ। ਜੋ ਅਨੰਦਪੁਰ ਸਾਹਿਬ ਹੈ ਤੇ ਅਨੰਦਪੁਰ ਸਾਹਿਬ ਜੀ, ਹਜ਼ੂਰ ਸਾਹਿਬ ਤੇ ਹਜ਼ੂਰ ਸਾਹਿਬ। ਇਹ ਤਾਂ ਸਰੀਰ ਦੀ ਖੇਡ ਸੀ ਨਾ, ਤੇ ਬਾਕੀ ਮਹਾਰਾਜ ਦੀ ਜੋਤ ਤਾਂ ਹਰ ਥਾਂ ਹੀ ਵਿਆਪਕ ਹੈ। ਉਹ ਜਿਹੜੇ ਹਿਰਦੇ ਚਰਨ ਸ਼ਬਦ ਸਤਿਗੁਰੂ ਗੁਰੂ ਨਾਨਕ ਬੰਦ ਉਪਾਲ, ਜਿਹੜੀ ਸ਼ਬਦ ਸੁਰਤੀ ਜੋੜਨੀ ਹੈ, ਇਹੀ ਮਹਾਰਾਜ ਦੇ ਚਰਨ ਨੇ। ਸੋ ਬੈਕੁੰਠ ਨਗਰ ਜਹਾਂ ਸੰਤ ਵਾਸਾ, ਸਾਧ ਸੰਗਤ ਬੈਕੁੰਠ ਹੈ, ਇੱਥੇ ਵੀ ਬੈਕੁੰਠ ਹੈ, ਤੇ ਉੱਪਰ ਵੀ ਜਿੱਥੇ ਸੰਗਤ ਜੁੜੀ ਹੋਈ ਹੈ, ਬਾਣੀ ਦਾ ਕੀਰਤਨ ਹੋ ਰਿਹਾ, ਨਾਮ ਜਪ ਰਹੀ ਹੈ, ਉਹੀ ਮਹਾਰਾਜ ਦੇ ਚਰਨ ਨੇ। ਗੁਰੂ ਸਾਹਿਬ ਦਾ ਪ੍ਰਕਾਸ਼ ਹੈ, ਅਸਲੀ ਸਰੂਪ ਮਹਾਰਾਜ ਦਾ ਹੱਡ ਚਾ ਮਾਸ ਦਾ ਨਹੀਂ, ਉਹ ਤਾਂ ਪ੍ਰਕਾਸ਼ ਰੂਪ ਹੈ, ਜੋਤੀ ਰੂਪ ਹੈ। ਸੋ ਇਸ ਲਈ ਸੁਰਗ ਬਾਸਨਾ ਬਾਛੀ ਹੈ, ਡਰੀਏ ਨਾ ਨਰਕ ਨਿਵਾਸ, ਹੋਣਾ ਹੈ ਸੋ ਹੋਈ ਹੈ,
मने न कीजे आस सेवा करते हुए ने कामी तिसको होत प्राप्त स्वामी। ਆਪਾਂ ਇਸ ਪੰਕਤੀ ਦੇ ਆਧਾਰਿਤ ਇਹ ਕਥਾ ਵਿਚਾਰ ਆਪਸ ਦੇ ਵਿੱਚ ਵਿਚਾਰ ਰਹੇ ਸੀ। ਰਵਿਦਾਸ ਜੀ ਕਹਿੰਦੇ ਨੇ ਗਿਆਨ ਦੇ ਕਾਰਨ ਕਰਮ ਅਭਿਆਸ ਬ੍ਰਹਮ ਗਿਆਨ ਦੀ ਪ੍ਰਾਪਤੀ ਵਾਸਤੇ ਕਰਮ ਦਾ ਜੋ ਅਭਿਆਸ ਕਰਨਾ ਪੈਂਦਾ ਹੈ, ਸੇਵਾ ਕਰਨੀ ਪੈਂਦੀ ਹੈ, ਹੋਰ ਬੜੇ ਯਤਨ ਕਰਨੇ, ਪੂਜਾ ਕਰਨੀ ਪੈਂਦੀ ਹੈ। ਗਿਆਨ ਭਇਆ ਤਹ ਕਰਮ ਹੈ ਨਾਸ ਪਰ ਸੰਤ ਮਹਾਂਪੁਰਖ ਉਹ ਸੇਵਾ ਕਰਦੇ ਹੋਏ ਨਿਸ਼ਕਾਮਤਾ ਦੇ ਵਿੱਚ ਰਹਿੰਦੇ ਨੇ। ਫਿਰ ਜਦ ਬ੍ਰਹਮ ਗਿਆਨ ਹੋ ਜਾਂਦਾ, ਪਹਿਲਾਂ ਕਰਮਾਂ ਦੀ ਹੰਗਤਾ ਸੀਗੀ, ਹੁਣ ਹੰਗਤਾ ਨਾਸ਼ ਹੋ ਗਈ। ਕਰਮਾਂ ਦੇ ਫਲ ਦੀ ਇੱਛਾ ਨਹੀਂ ਰਹਿੰਦੀ, ਕਾਹੂ ਫਲ ਕੀ ਇੱਛਾ ਨਹੀਂ ਬਾਸ਼ੈ, ਕੇਵਲ ਭਗਤ ਕੀਰਤਨ ਸੰਗ ਰਚੈ। ਤਿਤ ਕਾਰਨ ਦਤ ਮਥੈ ਸਿਆਣਾ ਜਿਸ ਪ੍ਰਕਾਰ ਘਿਓ ਦੇ ਵਾਸਤੇ ਸਿਆਣੀ ਇਸਤਰੀ ਦਹੀਂ ਨੂੰ ਰਿੜਕਣਾ ਕਰਦੀ ਹੈ, ਇਸੇ ਪ੍ਰਕਾਰ ਕ੍ਰਿਤ ਕਾਰਨ ਦਦ ਮਥੈ ਸਿਆਣਾ ਸਿਆਣੀ ਇਸਤਰੀ ਦੀ ਤਰ੍ਹਾਂ ਗਿਆਨਮਨ ਪੁਰਖ ਬ੍ਰਹਮਾਨੰਦ ਰੂਪ ਘਿਓ ਦੇ ਵਾਸਤੇ ਨਿਸ਼ਕਾਮ ਕਰਮਾਂ ਰੂਪੀ ਦਹੀਂ ਨੂੰ ਵਿਵੇਕ ਰੂਪ ਧਾਰਨੀ ਪਾ ਕੇ ਰਿੜਕਣਾ ਕਰਦੇ ਨੇ। ਜੀਵਨ ਮੁਕਤ ਸਦਾ ਨਿਰਵਾਣ ਅਤੇ ਉਸ ਵਿੱਚੋਂ ਜੀਵਨ ਮੁਕਤੀ ਰੋਗ ਬ੍ਰਹਮ ਗਿਆਨ ਰੂਪੀ ਮੱਖਣ ਪ੍ਰਾਪਤ ਕਰਕੇ ਉਹਦੇ ਵਿੱਚੋਂ ਅਨੁਭਵ ਦਾ ਪ੍ਰਕਾਸ਼ ਰੂਪ ਘਿਓ ਕੱਢ ਲੈਂਦੇ ਨੇ। ਉਹ ਸੰਸਾਰ ਫਿਰ ਜਿਉਂਦੇ ਹੋਏ ਵੀ ਸਦਾ ਮੁਕਤ ਪੁਰਖ ਨੇ ਅਤੇ ਹਮੇਸ਼ਾ ਕਰਮ ਕਾਂਡ ਆਦਿ ਦੇ ਬੰਧਨਾਂ ਤੋਂ ਰਹਿਤ ਰਹਿੰਦੇ ਨੇ, ਜਾਂ ਆਦਤਾਂ ਤੋਂ ਜਾਂ ਦੁੱਖਾਂ ਤੋਂ ਰਹਿਤ ਹੋ ਜਾਂਦੇ ਹਨ। ਕਹਿ ਰਵਿਦਾਸ ਪਰਮ ਬੈਰਾਗ ਭਗਤ ਰਵਿਦਾਸ ਜੀ ਇਹ ਸਾਰੇ ਵਿਚਾਰ ਕਥਨ ਕਰ ਰਹੇ ਨੇ ਕਿ ਵੱਡੇ ਧਰਤੀ ਪਰ ਤਰਤਮ ਵੈਰਾਗ ਨੂੰ ਧਾਰਨ ਕਰਕੇ ਮੇਰੀ ਰਾਮ ਕੀ ਨਾ ਜਪਸ ਅਭਾਗ। ਹੇ ਭਾਗਾਂ ਤੋਂ ਹੀਣੇ ਜੀਵ, ਆਪਣੇ ਹਿਰਦੇ ਅੰਦਰ ਵਸਦੇ ਪਰਮਾਤਮਾ ਨੂੰ ਕਿਉਂ ਨਹੀਂ ਤੂੰ ਜਪਦਾ, ਜਿਸ ਕਰਕੇ ਤੈਨੂੰ ਸਰੂਪ ਦੀ ਸਖਿਆਤਤਾ ਹੋਵੇ। ਭਾਵ ਤੂੰ ਪਰਮਾਤਮਾ ਦਾ ਨਾਮ ਸਿਮਰਨ ਕਰ। ਨਾਮਦੇਵ ਨਾਮਦੇਵ ਦੀ ਬਾਣੀ ਪਹਿਲਾਂ ਸਮਾਪਤ ਹੋ ਗਈ ਸੀ ਤੇ ਰਵਿਦਾਸ ਜੀ ਦਾ ਇਹ ਸ਼ਬਦ ਆਇਆ ਹੈ, ਹੁਣ ਫਿਰ ਨਾਮਦੇਵ ਜੀ ਦਾ ਆ ਰਿਹਾ। ਇਹ ਗੁਰੂ ਸਾਹਿਬ ਦੀ ਮੌਜ ਹੈ। ਇਹ ਜਿਹੜਾ ਪਾਵਨ ਸ਼ਬਦ ਹੈ ਇਹ ਉਸ ਵਕਤ ਨਾਮਦੇਵ ਜੀ ਨੂੰ ਉਚਾਰਿਆ ਜਿਸ ਵਕਤ ਭਗਤ ਨਾਮਦੇਵ ਜੀ ਪੰਡਰਪੁਰ ਵਿੱਚ ਨਿਵਾਸ ਕਰ ਰਹੇ ਸਨ। ਉੱਥੇ ਇੱਕ ਦਿਨ ਭਗਤ ਨਾਮਦੇਵ ਜੀ ਆਪਣੀ ਮੌਜ ਵਿੱਚ ਛੈਣੇ ਵਜਾਉਂਦੇ ਹੋਏ ਪ੍ਰਭੂ ਦਾ ਕੀਰਤਨ ਭਜਨ ਕਰਦੇ ਹੋਏ ਜਾ ਰਹੇ ਸਨ। ਤਦੋਂ ਰਸਤੇ ਵਿੱਚ ਇੱਕ ਰਾਸ ਪੈ ਰਹੀ ਸੀ। ਉਹਨਾਂ ਨੇ ਕਿਹਾ ਕਿ ਜੇਕਰ ਇਹ ਸਾਡੇ ਪਾਸ ਆ ਗਿਆ ਤਾਂ ਸਾਡੇ ਤਾਲ ਵਿੱਚ ਭੰਗ ਪਾ ਦੇਵੇਗਾ, ਇਸ ਲਈ ਇਹਨੂੰ ਦੂਰੋਂ ਹੀ ਟਾਲ ਦਈਏ। ਤਦੋਂ ਉਹਨਾਂ ਨੇ ਭਗਤ ਨਾਮਦੇਵ ਜੀ ਨੂੰ ਬੇਨਤੀ ਕਰਕੇ ਕਿਹਾ ਕਿ ਭਗਤ ਜੀ, ਇਹਨਾਂ ਸਾਰੇ ਰਾਸਤਾਰੀਆਂ ਨੂੰ ਤ੍ਰੇਹ ਲੱਗ ਗਈ ਹੈ, ਤੁਸੀਂ ਕਿਰਪਾ ਕਰਕੇ ਉਹ ਨਗਰ ਤੋਂ ਬਾਹਰ ਖੂਹ ਤੋਂ ਪਾਣੀ ਲੈ ਕੇ ਆਓ। ਭਗਤ ਨਾਮਦੇਵ ਜੀ ਛੈਣੇ ਵਜਾਉਂਦੇ ਅਤੇ ਕੀਰਤਨ ਕਰਦੇ ਹੋਏ ਜਿੱਥੋਂ ਭੇਜਿਆ ਸੀ ਖੂਹ ਤੋਂ ਪਾਣੀ ਲੈਣ, ਉਸ ਖੂਹ ਵੱਲ ਨੂੰ ਚੱਲ ਪਏ ਜਿੱਥੇ ਇੱਕ ਬਹੁਤ ਵੱਡਾ ਦਿਓ ਰਹਿੰਦਾ ਸੀ। ਉਹਨਾਂ ਦਾ ਮਤਲਬ ਹੈ ਵੀ ਇਹ ਨਿਤ ਤੰਗ ਕਰਦਾ, ਮੰਦਿਰ ਚ ਆ ਵੜਦਾ ਹੈ ਜਾਂ ਸਾਡੇ ਤਾਲ 'ਚ ਭੰਗ ਪਾਉਂਦਾ, ਇਹਨੂੰ ਮਗਰੋਂ ਲਾਓ ਆਪੇ ਦਿਓ ਖਾਬ ਹੋ ਜਾਏਗਾ। ਤੇ ਜਿਸ ਵਕਤ ਉੱਥੇ ਪਹੁੰਚੇ ਉਹ ਦਿਓ ਨੇ ਭਗਤ ਜੀ ਦੇ ਛੈਣੇ ਖੋਲੇ। ਕਹਿੰਦੇ ਤੂੰ ਕੀ ਕਰਨਾ ਹੈ ਇੱਥੇ, ਤੈਨੂੰ ਪਤਾ ਨਹੀਂ ਵੀ ਮੈਂ ਇੱਥੇ ਕਿਸੇ ਨੂੰ ਛੱਡਦਾ ਨਹੀਂ ਜਿਉਂਦਿਆਂ। ਉਹ ਦਿਓ ਦੇ ਵਿੱਚ ਵੀ ਜਦ ਉਹਨੇ ਇਸ ਤਰ੍ਹਾਂ ਦਬਕਾ ਮਾਰਿਆ ਤੇ ਭਗਤ ਨਾਮਦੇਵ ਜੀ ਡਰਨ ਦੀ ਬਜਾਏ ਉਹਨਾਂ ਨੇ ਉਹ ਦਿਓ ਦੇ ਵਿੱਚ ਵੀ ਪਰਮਾਤਮਾ ਦੀ ਜੋਤ ਵੇਖ ਕੇ ਸ਼ਬਦ ਉਚਾਰਨ ਕੀਤਾ। ਤਾਂ ਸੱਚਮੁੱਚ ਹੀ ਵਾਹਿਗੁਰੂ ਜੀ ਨੇ ਉਸ ਦਿਓ ਦੇ ਵਿੱਚੋਂ ਨਾਮਦੇਵ ਨੂੰ ਦਰਸ਼ਨ ਦਿੱਤੇ। ਆਓ ਪਿਆਰ ਨਾਲ ਸੁਣੋ। ਆਓ ਕਲੰਦਰ ਕੀ ਸਵਾ। ਕਲੰਦਰ ਨਾਮ ਹੈ ਬੇਪਰਵਾਹ ਫਕੀਰਾਂ ਦਾ। ਇਹ ਬੇਪਰਵਾਹ ਫਕੀਰਾਂ ਦਾ ਰੂਪ ਧਾਰਨ ਕਰਨ ਵਾਲੇ
ਅਤੇ ਕੇਸਵ ਕਹਿੰਦੇ ਨੇ ਕੇਸਾ ਧਾਰੀ ਨੂੰ, ਕੇਸਾਂ ਨੂੰ ਧਾਰਨ ਵਾਲੇ ਪ੍ਰਮਾਤਮਾ ਆਓ ਆਉਣਾ ਕਰੋ। ਜਾਂ ਕਲ ਅੰਦਰ, ਅੰਦਰ ਹਿਰਦੇ ਵਿੱਚ ਕਲ ਸ਼ਾਂਤੀ ਦੇਣ ਵਾਲੇ, ਜਾਂ ਮਨ ਇੰਦਰੀਆਂ ਜੀਵਾਂ ਰੂਪ ਕਲੰਦਰ ਬਾਂਦਰਾਂ ਨੂੰ ਰਚਾਉਣ ਵਾਲੇ ਕਲੰਦਰ ਮਦਾਰੀ ਦਾ ਨਾਮ ਹੈ। ਮਦਾਰੀ ਹੋ ਕਿ ਇਹ ਸਵਾ ਕਿ ਪਾਣੀ ਆਦਿ ਤੱਤਾਂ ਵਿੱਚ ਸਵਾ ਬਿਰਾਜਣ ਵਾਲੇ ਪ੍ਰਭੂ ਤੂੰ ਆਉਣਾ ਕਰ। ਹਰ ਅਬਦਾਲੀ ਭੇਸਵਾ, ਜਿਸ ਨੇ ਅਬਦਾਲਾ ਮਾਲਾ ਜਾਂ ਵੱਡਾ ਪੂਜ්य ਭੇਸ ਧਾਰਨ ਕੀਤਾ ਹੋਇਆ ਹੈ। ਅਬਦਾਲਾ ਇੱਕ ਖਾਸ ਦਰਜੇ ਦੇ ਫਕੀਰ ਜੋ ਮੁਸਲਮਾਨ ਮਤ ਦੇ ਆਚਾਰੀਆ ਨੇ, ਗਿਣਤੀ ਵਿੱਚ 70 ਮੰਨੇ ਨੇ, ਜਿਨ੍ਹਾਂ ਵਿੱਚੋਂ 40 ਸ਼ਾਮ ਦੇ ਵਿੱਚ ਤੇ 30 ਹੋਰ ਥਾਈਂ ਰਹਿੰਦੇ ਨੇ। ਕਈਆਂ ਨੇ 40 ਅਬਦਾਲ ਵੀ ਮੰਨੇ ਨੇ, ਤੇ ਅਬਦਾਲਾਂ ਦੇ ਪ੍ਰਧਾਨ ਨੂੰ ਗੌਸ ਕਹਿੰਦੇ ਨੇ, ਜਿਸ ਤਰ੍ਹਾਂ ਹਮਜ਼ਾ ਗੌਸ ਸੀਗਾ। ਤੇ ਲਿਖਿਆ ਹੈ ਕਿ ਇਹਨਾਂ ਅਬਦਾਲਾਂ ਦੀ ਬੰਦਗੀ ਅਤੇ ਸ਼ਕਤੀ ਦੇ ਆਸਰੇ ਸਾਰੀ ਦੁਨੀਆ ਕਾਇਮ ਹੈ। ਜਦ ਇਹਨਾਂ ਵਿੱਚੋਂ ਕੋਈ ਮਰ ਜਾਂਦਾ ਤਾਂ ਉਹਦੀ ਥਾਂ ਖੁਦਾ ਕਿਸੇ ਹੋਰ ਨੂੰ ਮੁਕਰਰ ਕਰਦਾ ਹੈ। ਇਸ ਤਰ੍ਹਾਂ ਇਸ ਪਦਵੀ ਦੀ ਬਦਲੀ ਹੁੰਦੀ ਰਹਿੰਦੀ ਹੈ, ਜਿਸ ਕਰਕੇ ਇਸ ਦੀ ਅਬਦਾਲ ਸੰਗਿਆ ਹੈ। ਮੁਸਲਮਾਨਾਂ ਦੇ ਵਿੱਚ ਫਕੀਰਾਂ ਦੇ 5 ਦਰਜਿਆਂ ਵਿੱਚ ਇੱਕ ਅਬਦਾਲ ਵੀ ਹੈ। ਫਕੀਰਾਂ ਦਾ ਪਹਿਲਾ ਰੁਤਬਾ ਗੌਸ ਕਰਕੇ ਮੰਨਿਆ ਹੈ, ਹਮਜ਼ਾ ਗੌਸ, ਤੇ ਦੂਜਾ ਰੁਤਬਾ ਕੁਤਬ ਦਾ ਮੰਨਿਆ ਹੈ, ਤੀਸਰਾ ਵਲੀ, ਚੌਥਾ ਅਬਦਾਲ, ਪੰਜਵਾਂ ਕਲੰਦਰ। ਕਿੰਨਿਆਂ ਦੇ ਮੱਤ ਵਿੱਚ ਕਲੰਦਰ ਦੀ ਥਾਂ ਔਤਾਦ ਹੈ। ਇਉਂ ਆਓ ਕਲੰਦਰ ਕੇਸਵਾ ਕਰ ਅਬਦਾਲੀ ਭੇਸਵਾ, ਜਿਸ ਨੇ ਅਬਦਾਲਾ ਮਾੜਾ ਜਾਂ ਵੱਡਾ ਪੂਜ්य ਭੇਸ ਧਾਰਨ ਕੀਤਾ ਹੋਇਆ। ਇਹ ਬੇਪਰਵਾਹ ਫਕੀਰਾਂ ਦਾ ਰੂਪ ਧਾਰਨ ਵਾਲੇ ਈਸਾਦਾਰੀ ਪ੍ਰਮਾਤਮਾ ਆਓ ਆਉਣਾ ਕਰੋ। ਤੁਹਾਨੂੰ ਜੀਵ ਆਇਆ ਨੂੰ ਦਿਓ ਦੇ ਰੂਪ ਦੇ ਵਿੱਚ ਵੀ ਤੁਹਾਡਾ ਮੋਸਟ ਵੈਲਕਮ, ਕਿ ਤੁਸੀਂ ਦਰਸ਼ਨ ਤਾਂ ਦਿੱਤੇ, ਭਾਵੇਂ ਦੈਂਤ ਦੇ ਰੂਪ ਦੇ ਵਿੱਚ ਦਿੱਤੇ। ਵਿਸ਼ਰਾਮ ਦੇ ਕੇ ਫਰਮਾਨ ਕਰਦੇ ਨੇ। ਫਿਰ ਭਗਤ ਨਾਮਦੇਵ ਜੀ ਉਸ ਦਿਓ ਦੇ ਵੱਡੇ ਸਰੀਰ ਵੱਲ ਵੇਖ ਕੇ ਕਹਿਣ ਲੱਗੇ, ਇਹ ਭਗਵਾਨ, ਮੈਂ ਤੁਹਾਡਾ ਕਿਤਨਾ ਕੁ ਇਹ ਸਰੀਰ ਨਹੀਂ ਜਾਣਦਾ। ਤੁਹਾਡਾ ਤਾਂ ਆਕਾਰ ਬਹੁਤ ਵੱਡਾ ਹੈ। ਵਿਰਾਟ ਰੂਪ ਦੇ ਵਿੱਚ ਕਥਨ ਕਰਦੇ ਹਨ ਕਿ ਜਿਸ ਆਪ ਜੀ ਨੇ ਵਿਰਾਟ ਰੂਪ ਦੇ ਵਿੱਚ 7 ਆਕਾਸ਼ਾਂ ਰੂਪੀ ਸਿਰ ਉੱਪਰ, ਜਿਨ ਆਕਾਸ ਕੁਲ ਹੈ ਸਿਰ ਕੀਨੀ, ਜਿਸ ਆਪ ਜੀ ਨੇ ਵਿਰਾਟ ਰੂਪ ਦੇ ਵਿੱਚ 7 ਆਕਾਸ਼ਾਂ ਰੂਪ ਸਿਰ ਉੱਪਰ ਫਕੀਰਾਂ ਵਾਲੀ ਕੁਲ ਟੋਪੀ ਪਹਿਨ ਕੀਤੀ ਹੈ। ਹਉਸੈ ਸਪਤ ਪਿਆਲਾ, ਅਤੇ 7 ਪਤਾਲਾਂ ਰੂਪ ਕੌਸੇ ਖੜਾਵਾਂ ਪਹਿਨੀਆਂ ਹੋਈਆਂ ਹਨ। 7 ਆਕਾਸ਼ ਪੂਰ ਭਵਰ ਜਨ ਮਿਹਰ ਤਪ 7 ਸਵਰ, ਤੇ 7 ਪਤਾਲ ਨੇ, ਅਤਲ ਬਿਤਲ ਸਤਲ ਰਸਾਤਲ ਪਾਤਾਲ ਮਹਾਤਲ ਤੇ ਤਲਾਤਲ। ਇਉਂ ਇਹ ਮਹਾਰਾਜ 7 ਪਤਾਲਾਂ ਰੂਪੀ ਖੜਾਵਾਂ ਆਪਣੀ ਪਹਿਨੀਆਂ ਹੋਈਆਂ ਹਨ। ਚਾਮਰ ਪੂਸ ਕਾ ਮੰਦਰ ਤੇਰਾ, ਚਮੜੇ ਦੇ ਗਿਲਾਫ ਦਾ ਬਣਿਆ ਹੋਇਆ। ਇਹ ਮਹਾਰਾਜ ਸੱਚੇ ਪਾਤਸ਼ਾਹ, ਸਾਰਾ ਸੰਸਾਰ ਤੇਰਾ ਮੰਦਰ, ਤੇਰਾ ਘਰ ਹੈ। ਇਹ ਬਿਦ ਬਨੇ ਗੋਪਾਲਾ, ਇਹ ਗੋਪਾਲਾ, ਇਹ ਪ੍ਰਭੂ ਤੂੰ ਇਸ ਤਰੀਕੇ ਦੇ ਨਾਲ ਬਣੇ ਫਬਰਿਆ ਹੈ। 56 ਕੋਟ ਕਾ ਪੇਹਨ ਤੇਰਾ, ਇਹ ਪ੍ਰਮਾਤਮਾ 56 ਕਰੋੜ ਜਿਹੜੇ ਯਾਦਵ ਨੇ ਉਹਨਾਂ ਦਾ ਤੇਰਾ ਚੋਲਾ ਅੰਗ ਰੱਖਿਆ ਤਨੀਆਂ ਵਾਲਾ,
ਚੋਲਾ ਪਹਿਨਿਆ ਹੋਇਆ ਹੈ। ਸੂਦਾ ਹੈ ਸਹਸ ਇਜਾਰਾ ਅਤੇ ਹੀ ਮਹਾਰਾਜ 16,000 ਗੋਪੀਆਂ ਤੇਰਾ ਪਜਾਮਾ ਰੂਪ ਹਨ ਅਤੇ 108 ਜੋ ਕ੍ਰਿਸ਼ਨ ਰੂਪ ਦੇ ਵਿੱਚ ਵਿਆਹੀਆਂ ਹੋਈਆਂ ਸਨ ਉਹ ਸੁਤਨ ਵਿੱਚ ਨਾਨਾ ਰੂਪ ਹਨ। ਭਾਰ 18 ਹੈ ਮੁਦਗਰ ਤੇਰਾ ਇਹ ਪ੍ਰਮਾਤਮਾ ਇਹ ਵਾਹਿਗੁਰੂ 18 ਭਾਰ ਬਨਸਪਤੀ ਤੇਰਾ ਮੁਦਗਰ ਮੁੱਲਾ ਵੱਡਾ ਛੋਟਾ ਹੈ। ਸਹਿਨਕ ਸਭ ਸੰਸਾਰਾ ਅਤੇ ਸਾਰਾ ਸੰਸਾਰ ਸਾਰਾ ਜਗਤ ਤੇਰਾ ਸਹਿਨਕ ਕੁਨਾਲੀ ਥਾਲੀ ਰੂਪ ਹੈ। ਦੇਹੀ ਮਹਜਿਦ ਮਨ ਮੌਲਾਨਾ ਸੋ ਜਿਹੜੀ ਮੇਰੀ ਦੇਹ ਹੀ ਮੇਰੀ ਕਾਇਆ ਇਹੀ ਤੇਰੀ ਮਸਜਿਦ ਹੈ, ਮੇਰਾ ਮਨ ਹੀ ਇਸ ਵਿੱਚ ਪੜਾਉਣ ਵਾਲਾ ਮੌਲਾਨਾ ਮੌਲਵੀ ਰੂਪ ਹੈ ਜੋ ਪ੍ਰਤੱਖ ਚੇਤਨ ਵਿੱਚ ਸਹਿਜ ਨਿਵਾਜ ਗੁਜ਼ਾਰੈ ਸੋ ਸਹਿਜ ਹੀ ਜੋ ਗਤੀ ਜੋੜਨੀ ਹੈ ਇਹ ਤੇਰੀ ਨਮਾਜ਼ ਨੂੰ ਗੁਜ਼ਾਰ ਰਿਹਾ, ਨਮਾਜ਼ ਪੜ੍ਹ ਰਿਹਾ ਹੈ ਜਾਂ ਸ਼ਾਂਤੀ ਰੂਪ ਨਮਾਜ਼ ਪੜ੍ਹਦਾ ਹਾਂ ਤੇ ਆਪਣਾ ਸਮਾਂ ਗੁਜ਼ਾਰਦਾ ਬਤੀਤ ਕਰਦਾ ਹਾਂ। ਬੀਬੀ ਕੌਲਾ ਸੋ ਕਾਇਨ ਤੇਰਾ ਇਹ ਪ੍ਰਮਾਤਮਾ ਜੋ ਬੀਬੀ ਕੌਲਾ ਲక్ష్ਮੀ ਹੈ ਮਾਇਆ ਦੇ 100 ਸਾਥ ਇਹ ਕਾਇਨ ਤੇਰਾ ਸੋ ਇਹਦੇ ਨਾਲ ਤੇਰਾ ਕਾਇਨ ਨਿਕਾਹ ਪੜਿਆ ਹੋਇਆ ਹੈ ਆ ਮਾਇਆ ਨਾਲ ਚੇਸ਼ਟਾ ਕਰਦਾ ਹੈ ਅਤੇ ਫਿਰ ਨਿਰੰਕਾਰ ਆਕਾਰ ਸਾਰੇ ਆਕਾਰਾਂ ਤੋਂ ਰਹਿਤ ਵੀ ਹੈ ਤੇ ਆਕਾਰਾਂ ਬੜਾ ਵਿਰਾਟ ਰੂਪ ਵੀ ਹੈ। ਭਗਤ ਕਰਦ ਤੇਰੀ ਤਾਲ ਛਿਨਾਈ ਭਗਤ ਕਰਦ ਮੇਰੇ ਤਾਲ ਛਿਨਾਈ ਇਹ ਪਰਮਾਤਮਾ ਤੇਰੀ ਭਗਤੀ ਕਰਦੇ ਹੋਏ ਦੇ ਹੁਣ ਤੂੰ ਮੇਰੇ ਸ਼ੈਣੇ ਖੋ ਲਏ ਹਨ। ਗਰੀਬ ਨੂੰ ਸ਼ੈਣੇ ਤਾਂ ਬਜਾ ਲੈਣ ਦੇ। ਕਿਹ ਪਹਿ ਕਰੋ ਪੁਕਾਰਾ हे ਵਾਹਿਗੁਰੂ ਫਿਰ ਮੈਂ ਦੱਸ ਕਿਹਦੇ ਕੋਲ ਜਾ ਕੇ ਪੁਕਾਰ ਕਰਾਂ ਫਰਿਆਦ ਕਰਾਂ ਜੇ ਤਾਂ ਕੋਈ ਹੋਰ ਖੋ ਲੈਂਦਾ ਫਿਰ ਤਾਂ ਮੈਂ ਤੈਨੂੰ ਆਂਦਾ ਹੁਣ ਖੋਇਆ ਹੀ ਤੂੰ ਨੇ। ਹੁਣ ਦੱਸ ਮੈਂ ਤੇਰੀ ਸ਼ਿਕਾਇਤ ਕਿਹਦੇ ਕੋਲ ਆਵਾਂ ਜੇ ਸੱਗਾ ਜੋਰ ਨਾ ਚੱਲੇ ਇਹ ਖਲੇ ਖੀਚੇ ਅਰਦਾਸ ਮੈਂ ਤਾਂ ਹੁਣ ਤੇਰੇ ਚਰਨਾਂ 'ਚ ਹੀ ਅਰਦਾਸ ਕਰਦਾ। ਇਸ ਵਾਸਤੇ ਤੂੰ ਤਾਂ ਗਰੀਬ ਨੂੰ ਤੰਗ ਨਾ ਕਰ। ਨਾਮੇ ਕਾ ਸੁਆਮੀ ਅੰਤਰ ਜਾਮੀ ਭਗਤ ਨਾਮਦੇਵ ਜੀ ਕਥਨ ਕਰਦੇ ਨੇ ਕਿ ਇਹ ਅੰਦਰ ਦੀ ਜਾਣਨ ਵਾਲੀ ਪ੍ਰਮਾਤਮਾ ਤੂੰ ਕੱਲਾ ਮੇਰਾ ਹੀ ਸਵਾਮੀ ਨਹੀਂ ਹੈ। ਨਾਮੇ ਕਾ ਸਵਾਮੀ ਅਰਥ ਦਾ ਇਹੀ ਬਣਦਾ ਵੀ ਨਾਮਦੇਵ ਦਾ ਸਵਾਮੀ ਤੇ ਬਾਕੀਆਂ ਦਾ ਸਵਾਮੀ ਕੌਣ ਹੈ? ਤੂੰ ਸਾਰਿਆਂ ਦਾ ਹੀ ਸਵਾਮੀ ਹੈ। ਨਾਮਦੇਵ ਜੀ ਸਿਰਫ ਕਥਨ ਕਰਦੇ ਨੇ ਕਿ ਇਹ ਵਾਹਿਗੁਰੂ ਤੂੰ ਸਾਰਿਆਂ ਦਾ ਮਾਲਕ ਹੈ। ਤੇਰੀ ਸਗਲ ਬੇਦੇਸਵਾ ਇਹ ਪ੍ਰਮਾਤਮਾ ਸਾਰੇ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਹੀ ਤੂੰ ਫੇਰ ਰਹੀਆਂ ਵਿਚ ਰਹੀਆਂ ਜਾਂ ਦੇਸ਼ ਕਾਲ ਵਸਤੂ ਪ੍ਰਸ਼ੇਦ ਰਹਿਤ ਹੈ। ਇੱਥੇ ਸਾਧ ਸੰਗਤ ਜੀਓ ਜੋ ਭਗਤ ਬਾਣੀ ਭੈਰੋ ਰਾਗ ਦੀ ਇਹ ਸੰਪੂਰਨ ਹੋਈ ਹੈ। ਅੱਗੇ ਬਸੰਤ ਰਾਗ ਪ੍ਰਾਰੰਭ ਹੁੰਦਾ ਹੈ। ਰਾਗ ਬਸੰਤ ਬਸੰਤ ਰਾਗ ਸੰਗੀਤ ਦੀ ਰਾਗ ਪਰੰਪਰਾ ਵਿੱਚ ਨਿਵੇਕਲਾ ਸਥਾਨ ਰੱਖਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅੰਗਤ ਮੌਸਮੀ ਰਾਗਾਂ ਵਿੱਚੋਂ ਰਾਗ ਬਸੰਤ ਨੂੰ ਗੁਰਮਤਿ ਸੰਗੀਤ ਮਰਿਆਦਾ ਅਨੁਸਾਰ ਮਾਘ ਦੀ ਸੰਗਰਾਮ ਤੋਂ ਲੈ ਕੇ ਹੋਲੇ ਮਹੱਲੇ ਤੱਕ ਹਰ ਕੀਰਤਨ ਸਮਾਗਮ ਵਿੱਚ ਗਾਏ ਜਾਣਾ ਪਰੰਪਰਾ ਅਨੁਸਾਰ ਸਮਝਿਆ ਜਾਂਦਾ। ਸ੍ਰੀ ਹਰਿਮੰਦਰ ਸਾਹਿਬ ਇਸ ਦੌਰਾਨ ਜੋ ਬਸੰਤ ਕੀ ਵਾਰ ਮਹੱਲ ਪੰਜਵਾਂ ਇਹ ਵਾਰ ਦੀਆਂ ਜਿਹੜੀਆਂ
ਇੱਕ ਆਦਿ ਵਿੱਚ, ਇੱਕ ਮੱਧ ਵਿੱਚ, ਇੱਕ ਅੰਤ ਵਿੱਚ। ਤੇ ਬਸੰਤ ਰਾਗ ਦਾ ਰਾਗਮੀ ਸ਼ਬਦ ਹੈ। ਭਾਰਤੀ ਸੰਗੀਤ ਵਿੱਚ ਬਸੰਤ ਰੁੱਤ ਦੇ ਹੁਲਾਸ ਨੂੰ ਹਟਾਉਣ ਲਈ ਰੁੱਤ ਚਿੱਤਰ ਨੂੰ ਵਿੱਚ ਇਹ ਰਾਗ ਜਾਂਦਾ। ਇਸ ਰਾਗ ਅਧੀਨ ਪ੍ਰਚਾਰ ਦੇ ਵਿੱਚ ਨੇ ਬੰਦਿਸ਼ਾਂ, ਪਰੰਤੂ ਗੁਰਮਤਿ ਸੰਗੀਤ ਵਿੱਚ ਬਸੰਤ ਰੁੱਤ ਦੇ ਖੇੜੇ ਨੂੰ ਅਧਿਆਤਮਕ ਆਨੰਦ ਦੀ ਅਨੁਭੂਤੀ ਨਾਲ ਜੋੜਿਆ ਗਿਆ ਹੈ ਅਤੇ ਇਸ ਆਨੰਦ ਦੀ ਪ੍ਰਾਪਤੀ ਦੇ ਚਾਓ ਤੇ ਮਹੱਤਵ ਨੂੰ ਗੁਰੂ ਸਾਹਿਬਾਣੀ ਦੁਆਰਾ ਬਸੰਤ ਰਾਗ ਦੇ ਅੰਦਰ ਤੀਜਾ ਭਗਤ ਕਬੀਰ ਜੀ, ਭਗਤ ਰਾਮਦਾਸ ਜੀ, ਭਗਤ ਨਾਮਦੇਵ ਜੀ ਤੇ ਭਗਤ ਰਵਿਦਾਸ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ। ਔਰ ਉਹ ਵਿੱਚ ਰਿਸ਼ਵ ਅਤੇ ਪੰਚਮ ਨੂੰ ਵਰਜਿਤ ਕਰਦੇ ਹਨ। ਇਸ ਰਾਗ ਵਿੱਚ ਸਾਰੇ ਸੁਰ ਸ਼ੁੱਧ ਪ੍ਰਯੋਗ ਕੀਤੇ ਜਾਂਦੇ ਨੇ। ਇਸ ਦਾ ਬਾਣੀ ਛੜਜ ਸਾ ਸਮਾਧੀ ਮਧਿਅਮ ਮਾਂ ਥਾਰ ਬਿਲਾਵਲ, ਮਤਲਬ ਬਿਲਾਵਲ ਦੇ ਵਿੱਚੋਂ ਜਿਸ ਤਰ੍ਹਾਂ ਮਾਂ ਤੋਂ ਬੱਚਾ ਜੰਮਦਾ, ਇਸ ਤਰ੍ਹਾਂ ਬਿਲਾਵਲ ਰਾਗ ਦੇ ਵਿੱਚੋਂ ਬਸੰਤ ਨਿਕਲਿਆ। ਬਿਲਾਵਲ ਥਾਰਡ ਹੈ ਸਮਾਂ ਇਹਦੇ ਗਾਉਣ ਦਾ। ਵੈਸੇ ਨਾਰਮਲ ਦਿਨਾਂ 'ਚ ਦਿਨ ਦਾ ਦੂਜਾ ਪਹਿਰ ਹੈ, ਤੇ ਜਦੋਂ ਮਾਘ ਦਾ ਮਹੀਨਾ ਪ੍ਰਾਰੰਭ ਹੁੰਦਾ ਹੈ ਤੇ ਉਸ ਵਕਤ ਹਰ ਰੁੱਤ ਦੇ ਵਿੱਚ ਵਾਹਿਗੁਰੂ ਹਰ ਸਮੇਂ ਇਹਨੂੰ ਗਾਇਆ ਜਾਂਦਾ ਹੈ। ਜਦੋਂ ਮਰਜ਼ੀ ਇਹਨੂੰ ਗਾ ਲਓ ਤੇ ਹੋਲੇ ਮਹੱਲੇ ਤੱਕ ਇਹਦਾ 8 ਪੈਰੀ ਸਮਾਂ ਹੈ। ਇਹਦੀ ਜਾਤੀ ਔੜਵ ਸੰਪੂਰਨ ਹੈ, ਮਤਲਬ ਜਾਂਦੀ ਬਾਕੀ 5 ਸੁਰਾਂ ਲੱਗਣਗੀਆਂ ਤੇ ਆਉਂਦੀ ਬਾਕੀ ਸੱਤੇ ਦੀਆਂ ਸੱਤੇ ਲੱਗਣਗੀਆਂ। ਜਾਂਦੀ ਬਾਕੀ ਰੇ ਤੇ ਪਾ ਨੂੰ ਵਰਜਨ ਕੀਤਾ ਗਿਆ ਹੈ। ਸਾ ਗਾ ਮਾ ਧਾ ਨੀ ਸਾ, ਇਹ ਅਰੋਹ ਹੈ। ਅਵਰੋਹ ਆਉਂਦੀ ਬਾਕੀ ਸਾ ਨੀ ਧਾ ਗਾ ਗਾ ਰੇ ਸਾ। ਬਸੰਤ ਰਾਗ ਵਿੱਚ ਇੱਕ ਬਸੰਤ ਹਿੰਡੋਲ ਵੀ ਰਾਗ ਦਾ ਪ੍ਰਕਾਰ ਹੈ। ਹਿੰਡੋਲ ਕਹਿੰਦੇ ਨੇ ਝੂਲੇ ਨੂੰ। ਜਿਸ ਤਰ੍ਹਾਂ ਝੂਲੇ ਛੋਟਾ ਬੱਚਾ ਝੂਲਦਾ ਹੈ, ਖੁਸ਼ ਰਹਿੰਦਾ ਹੈ, ਲੱਤਾਂ ਬਾਹਾਂ ਮਾਰਦਾ, ਉੱਥੇ ਹੀ ਸੌਂ ਜਾਂਦਾ ਦੁੱਧ ਪੀ ਕੇ। ਇਹ ਉਹ ਜਿਹੜਾ ਬਸੰਤ ਹਿੰਡੋਲ ਹੈ, ਇਹ ਝੂਲੇ ਦੀ ਤਰ੍ਹਾਂ ਇਨਸਾਨ ਦੇ ਮਨ ਨੂੰ ਆਨੰਦ ਦੇਣ ਵਾਲਾ। ਇਹਦੀ ਬਾਤ ਵਿਚਾਰ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਹੜਾ ਬਸੰਤ ਹਿੰਡੋਲ ਦਾ ਅੰਕਨ ਕੀਤਾ ਗਿਆ ਹੈ, ਉਹ ਬਸੰਤ ਦੇ ਹਿੰਡੋਲ ਦੇ ਮਿਸ਼ਰਣ ਤੋਂ ਬਣਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਸੰਤ ਹਿੰਡੋਲ ਵੱਖਰਾ ਨਹੀਂ, ਬਲਕਿ ਇਸ ਤੇ ਤੀਜਾ, ਚੌਥਾ ਤੇ ਪੰਜਵਾਂ ਤੇ ਨੌਵਾਂ ਤੇ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਜੋ ਹੈ ਉਹ ਦਰਜ ਕੀਤੀ ਗਈ ਹੈ। ਇਸ ਵਿੱਚ ਰਿਸ਼ਵ ਵਰਜਿਤ ਹੈ। ਮਧਿਅਮ ਦੇ ਦੋਵੇਂ ਰੂਪ ਨੇ, ਮਾਂ ਤੀਬਰ ਵੀ ਹੈ ਤੇ ਮਾਂ ਸ਼ੁੱਧ ਵੀ ਹੈ। ਬਾਕੀ ਸਾਰੇ ਸ਼ੁੱਧ ਸੁਰ ਪ੍ਰਯੋਗ ਕੀਤੇ ਜਾਂਦੇ। ਇਸ ਦਾ ਵਾਦੀ ਮਧਿਅਮ ਹੈ, ਮਤਲਬ ਮਾਂ ਜ਼ਿਆਦਾ ਯੂਜ਼ ਹੁੰਦਾ। ਸਮਾਧੀ ਛੜਜ ਸਾ ਹੈ, ਸਮਾਂ ਦਿਨ ਦਾ ਪਹਿਲਾ ਪਹਿਰ ਹੈ ਅਤੇ ਜਾਤੀ ਛੜਵ ਹੈ। ਅਰੋਹ ਦੇ ਵਿੱਚ ਸਾ ਗਾ ਮਾ ਧਾ ਗਾ ਮਾ ਗਾ ਮਾ ਧਾ ਨੀ ਸਾ। ਅਵਰੋਹ ਵਿੱਚ ਸਾ ਨੀ ਧਾ ਮਾ ਗਾ ਸਾ। ਇਹ ਰਾਗਮਾਲਾ ਵਿੱਚ ਹਿੰਡੋਲ ਦਾ ਤੀਸਰਾ ਰਾਗ ਲਿਖਿਆ ਹੋਇਆ ਹੈ। ਜਿਹੜਾ ਹਿੰਡੋਲ ਹੈ ਇਹ ਤੀਸਰੇ ਨੰਬਰ ਤੇ ਦਰਜ ਕੀਤਾ ਗਿਆ ਹੈ। ਜੈਸਾ ਕਿ ਉਨ ਆਯੂ ਹਿੰਡੋਲ ਪੰਚ ਨਾਰ ਸੰਗ ਅਸ਼ਟ ਸੁਤ ਉਠ ਹੈ ਤਾਨ ਗਲੋੜ। ਅਤੇ ਬਸੰਤ ਨੂੰ ਹਿੰਡੋਲ ਦਾ ਪੁੱਤਰ ਕਰਕੇ ਲਿਖਿਆ ਹੋਇਆ ਹੈ। ਜਿਸ ਤਰ੍ਹਾਂ ਸਰਸ ਬਾਣ ਔਰ ਆਹੀ ਹੈ ਬਸੰਤ ਰਾਗ ਬਸੰਤ ਮਹਲਾ ਪਹਿਲਾ। ਬਸੰਤ ਰਾਗ ਵਿੱਚ ਪਹਿਲੇ ਸਰੋਪ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪਾਵਨ ਸ਼ਬਦ ਉਚਾਰ ਰਹੇ ਹਨ। ਪਹਿਲੇ ਸੁਰਤਾਲ ਦੇ ਵਿੱਚ ਉਚਾਰਦੇ ਨੇ। ਚਾਰ ਅਤੇ ਦੋ ਤੁਕਾਂ ਵਾਲੇ ਸ਼ਬਦ
ਉਚਾਰਨ ਕਰਨ ਤੋਂ ਪਹਿਲਾਂ, ਕਿਉਂਕਿ ਵੱਡਾ ਰਾਗ ਪ੍ਰਾਰੰਭ ਹੋ ਰਿਹਾ, ਇਸ ਲਈ ਮਹਾ ਮੰਤਰ ਉਚਾਰਨ ਕਰਕੇ ਪ੍ਰਭੂ ਦਾ ਮੰਗਲ ਕਰਦੇ ਹਨ। ਇੱਕ ਓੰਕਾਰ ਇੱਕ ਅਦੁੱਤੀ ਬ੍ਰਹਮ ਓੰਕਾਰ ਸਰਬ ਦਾ ਪ੍ਰਕਾਸ਼ਕ ਸਤਨਾਮ ਸਤ ਨਾਸ਼ ਤੋਂ ਰਹਿਤ ਨਾਮ ਪ੍ਰਸਿੱਧ ਰੂਪ ਹੈ। ਕਰਤਾ ਪੁਰਖ ਸਾਰੇ ਜਗਤ ਰਚਨਹਾਰ ਪੂਰਨ ਹੈ। ਭਾਉ ਹੈ ਤੂੰ ਰਹਿਤ ਹੈ, ਨਿਰਵਾਰ ਵੈਰ ਤੋਂ ਰਹਿਤ ਹੈ। ਅਕਾਲ ਮੂਰਤ ਜਿਹੜੀ ਉਹਦੀ ਮੂਰਤ ਹਸਤੀ ਹੈ, ਉਹਦਾ ਸਰੂਪ ਹੈ, ਉਹ ਮੌਤ ਦੀ ਗਰਦਸ਼ ਚ ਨਹੀਂ ਆਉਂਦਾ। ਜਿੰਨੇ ਬਾਕੀ ਆਕਾਰ ਨੇ ਸਾਡੇ ਮਨੁੱਖਾਂ ਦੇ ਨੇ, ਪਸ਼ੂ ਪੰਛੀਆਂ ਦੇ ਨੇ, ਇਹ ਸਭ ਮਰਦੇ ਨੇ, ਜੰਮਦੇ ਨੇ। ਇੱਕ ਵਾਹਿਗੁਰੂ ਦੀ ਹਸਤੀ ਹੈ, ਉਹਦੀ ਮੂਰਤੀ ਹੈ, ਉਹਦਾ ਸਰੂਪ ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ। ਅਸੀਂ ਘੜੀ ਨਾਲ ਚੱਲਦੇ ਹਾਂ, ਟਾਈਮ ਦੇ ਨਾਲ, ਮਤਲਬ ਸਾਡੇ ਨਹੀਂ ਹੈ, ਨਾ ਉਹ ਬੁੱਢਾ, ਨਾ ਉਹ ਬਾਲਾ, ਨਾ ਇਸ ਦੁੱਖ ਨਹੀਂ ਜਮ ਜਾਂਦਾ। ਸੂਰਜ ਦੇ ਚੰਦਰਮਾ ਦੇ ਹਿਸਾਬ ਨਾਲ ਘੜੀਆਂ ਬਦਲਦੀਆਂ ਨੇ। ਸਾਡੇ ਸਿਆਲ 'ਚ ਘੰਟਾ ਲੇਟ ਹੋ ਜਾਂਦੇ, ਜਿੰਨੇ ਵੀ ਸਮਾਗਮ ਟਾਈਮ ਟੇਬਲ ਨੇ। ਬਾਹਰਲੇ ਦੇਸ਼ਾਂ 'ਚ ਘੜੀਆਂ ਨੂੰ ਘੰਟਾ ਲੇਟ ਕਰ ਦਿੰਦੇ, ਘੜੀਆਂ ਨੂੰ 1 ਘੰਟਾ ਪਿੱਛੇ ਕਰ ਦਿੰਦੇ, ਗਰਮੀਆਂ ਆਉਂਦੀਆਂ 1 ਘੰਟਾ ਅੱਗੇ ਕਰ ਦਿੰਦੇ ਨੇ। ਮਤਲਬ ਸਾਰੀ ਦੁਨੀਆ ਕਾਲ ਨਾਲ ਚੱਲ ਰਹੀ ਹੈ ਅਤੇ ਮਰਦੀ ਹੈ ਤੇ ਜੰਮਦੀ। ਗੁਰੂ ਗ੍ਰੰਥ ਸਾਹਿਬ ਇਸ ਤਰ੍ਹਾਂ ਦਾ ਕੁਝ ਨਹੀਂ ਹੈ। ਮਹਾਰਾਜ ਜੁਗ ਜੁਗ ਅਟਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜਿਸ ਤਰ੍ਹਾਂ ਦੇ ਪਹਿਲਾਂ ਉਸ ਤਰ੍ਹਾਂ ਦੇ ਹੋਣ, ਇਸ ਤਰ੍ਹਾਂ ਪਰਮਾਤਮਾ ਬਾਬਤ ਹੈ। ਉਹ ਜਿਹੜੀ ਉਹਦੀ ਮੂਰਤ ਹੈ, ਉਹਦੀ ਹਸਤੀ ਹੈ, ਉਹਦਾ ਸਰੂਪ ਹੈ, ਉਹ ਮੌਤ ਰਹਿਤ ਸਮੇਂ ਰਹਿਤ ਹੈ। ਜੁਨਾ ਤੋਂ ਰਹਿਤ ਹੈ ਵਾਹਿਗੁਰੂ, ਸੁਤੇ ਪ੍ਰਕਾਸ਼ ਰੂਪ ਹੈ। ਗੁਰ ਪ੍ਰਸਾਦ ਗੁਰ ਚੇਤਨ ਤੇ ਪ੍ਰਸਾਦ ਆਨੰਦ ਸਰੂਪ ਹੈ। ਐਸੀ ਵਿਸ਼ੇਸ਼ਤਾ ਵਾਲਾ ਪਰਮਾਤਮਾ, ਉਹਦੇ ਗੁਣ ਸੁਣ ਕੇ ਮਿਲਣ ਦੀ ਇੱਛਾ ਤਾਂ ਹੋਊਗੀ ਕਿ ਸਾਨੂੰ ਵੀ ਦਰਸ਼ਨ ਹੋਣ। ਜੇ ਤੁਸੀਂ ਜਾਣਾ ਚਾਹੁੰਦੇ ਹੋ ਨਹੀਂ, ਗੁਰੂ ਨੂੰ ਵਿਚੋਲਾ ਬਣਾ ਕੇ ਲਿਆਉਣਾ ਪਊਗਾ। ਸੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਪਰਮਾਤਮਾ ਨੂੰ ਮਿਲਾਉਣ ਵਾਲੇ ਨੇ। ਪਰਮਾਤਮਾ ਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਮਹਾ ਮਾਹਮ ਮਾਰਖੀ ਸਾਧ ਸੰਗਤ ਜੀਓ, ਜਿਹੜੀ ਗੁਰਬਾਣੀ ਹੈ ਇਹ ਅਗਾਧ ਬੋਧ ਅੱਗੇ ਦੀ ਅੱਗੇ ਚੱਲੀ ਜਾ ਰਹੀ ਹੈ। ਮੇਰਾ ਜਿਹੜਾ ਘੜੀ ਵਾਲਾ ਸਮਾਂ ਸੂਈ ਬਿਲਕੁਲ ਟਾਈਮ ਤੇ ਪਹੁੰਚ ਗਈ ਹੈ। ਇਸ ਤੋਂ ਅੱਗੇ ਜਾਣਾ ਮੁਨਾਸਬ ਨਹੀਂ ਹੈ। ਜਿਵੇਂ ਜਿਵੇਂ ਅੱਗੇ ਜਾਂਦੇ ਆ, ਤਿਵੇਂ ਤਿਵੇਂ ਰਸ ਘਟਦਾ ਜਾਂਦਾ, ਸਮੇਂ ਰਹਿਣਾ ਇੱਥੇ ਉਹਨਾਂ ਚੁੱਕਾਂ ਦੀ ਖਿਮਾ ਮੰਗਦੇ ਆ, ਕਥਾ ਨੂੰ ਵਿਸ਼ਰਾਮ ਦਿੰਦੇ ਹਾਂ। ਜਿਸ ਤਰ੍ਹਾਂ ਰਹਾਉ ਲਿਖਿਆ ਹੁੰਦਾ ਤਾਂ ਇੱਥੇ ਵਿਸ਼ਰਾਮ ਦਿੰਦੇ ਆ। ਫਿਰ ਕੱਲ ਇਸੇ ਹੀ ਪੰਕਤੀ ਤੋਂ ਕਥਾ ਪ੍ਰਾਰੰਭ ਹੋਈ। ਖਿਮਾ ਕਰੋ, ਅੱਗੇ ਸਮਤ ਬਖਸ਼ੋ। ਮਾਹਮ ਮਾਰਖੀ ਚੜਿਆ ਸਦਾ ਬਸੰਤ, ਹਰ ਫੜ ਚਿਤ ਸੰਭਾਲ ਸੋਏ ਸਦਾ ਸਦਾ ਗੋਬਿੰਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ